ਐਸੀ ਚੀਜ਼ ਹੈ ਜਿਹਦੇ ਰਾਹੀਂ ਆਤਮਾ ਜਿਹੜਾ ਸਾਹੀ ਵਹਿੰਦਾ ਹੈ, ਚਿੱਤ ਦੇ ਰਾਹੀਂ ਵਹਿੰਦਾ ਹੈ ਔਰ ਚਿੱਤ ਦੇ ਵਿੱਚ ਹੀ ਵਹਿੰਦਾ ਹੈ। ਇਕੱਠੇ ਨੇ ਉਹ ਦ੍ਰਿਸ਼ਟਾ ਵੀ ਹੈਗਾ ਹੈ, ਉਹ ਦ੍ਰਿਸ਼ ਵੀ ਹੈਗਾ ਹੈ। ਗੋਰਕੀ ਸਾਹਿਬ, ਡਿਸਪਲੇ ਹੈ। ਗੋਰਕੀ ਸਾਹਿਬ ਪਲੀਜ਼ ਜਿਹੜਾ ਨਾ ਤੁਹਾਡੀ ਜਿਹੜੀ ਸਟਾਰਟਿੰਗ ਤੋਂ ਕਰ ਦਿਓ, ਮੈਂ ਨਾ ਰਿਕਾਰਡਿੰਗ ਭੁੱਲ ਗਿਆ ਸੀਗਾ ਤੇ ਤੁਸੀਂ ਸ਼ੁਰੂ ਕਰੋ ਹੁਣ। ਹਾਂਜੀ ਹਾਂ ਠੀਕ ਹੈ ਜੀ, ਕੋਈ ਗੱਲ। ਹਾਂਜੀ ਹਾਂਜੀ ਸਾਧ ਸੰਗਤ ਜੀ, ਜਿਹੜਾ ਬਾਣੀ ਵਿੱਚ ਕਿਹਾ ਨਾ ਅੱਖਰ ਵਰਤਿਆ ਹੋਇਆ ਹੈ ਅਸੰਖ, ਅਸੰਖ ਤੋਂ ਭਾਵ ਗਿਣਤੀ ਤੋਂ ਰਹਿਤ, ਅਣਗਿਣਤ 200 ਗਿਣਤੀ ਤੋਂ ਰਹਿਤ, ਜਿਹਦੀ ਗਿਣਤੀ ਨਾ ਕੀਤੀ ਜਾ ਸਕੇ ਉਹਨੂੰ ਆਪਾਂ ਬਾਣੀ ਦੇ ਵਿੱਚ ਗੁਰੂਆਂ ਨੇ ਅਸੰਖ ਕਿਹਾ। ਤੇ ਇਹ ਹੁਣ ਅਸੰਖ ਤਾਂ ਵਰਤਿਆ ਗਿਆ ਹੈ ਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਗਿਣਤੀ ਤੋਂ ਰਹਿਤ ਨਹੀਂ ਹੈ, ਔਰ ਬਸ ਇੱਕ ਅਸੰਖ ਅੱਖਰ ਵਰਤਿਆ, ਭਾਸ਼ਾ ਵਰਤਣੀ ਪੈਂਦੀ ਆ ਕਿਸੇ ਵੀ ਗੱਲ ਨੂੰ ਸਮਝਾਉਣ ਦੇ ਲਈ, ਇਸ ਕਰਕੇ ਅਸੰਖ ਵਰਤਿਆ ਗੁਰੂਆਂ ਨੇ। ਤੇ ਹੁਣ ਸ਼ੁਰੂ ਕਰਨੇ ਕਿਤਾ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ। ਕਹਿੰਦੇ ਅਸੰਖਾਂ ਹੀ ਨਾਮ ਹੈਗੇ ਆ, ਅਸੰਖਾਂ ਹੀ ਜੀ ਹੈਗੇ ਔਰ ਉਹਨਾਂ ਦੇ ਨਾਮ ਵੀ ਅਸੰਖ ਹੈਗੇ ਆ। ਤੇ ਬਾਕੀ ਜਿਹੜੇ ਹੈਗੇ ਆਪਾਂ ਜਿਹੜੇ 84 ਲੱਖ ਜੂਨਾ ਉਹਨਾਂ ਨੂੰ ਤਾਂ ਇੱਕ ਬਸ ਸ਼ੇਰ ਨੂੰ ਸ਼ੇਰ ਹੀ ਕਹਿ ਦਿੰਦੇ, ਉਹਨਾਂ ਨੇ ਨਾਂ ਨੂੰ ਤਾਂ ਰੱਖੇ ਨਹੀਂ ਆਪਾਂ ਨੇ। ਕਈ ਰੱਖ ਲੈਂਦੇ ਆ ਕੁੱਤਿਆਂ ਦੇ ਜਾਂ ਇੱਧਰ ਉੱਧਰ ਪਾਲਤੂਆਂ ਦੇ, ਬਾਕੀ ਤਾਂ ਨਾਮ ਹੈ ਨਹੀਂ ਗੇ। ਅਸੰਖ ਨਾਮ ਅਸੰਖ ਥਾਮ, ਕਹਿੰਦੇ ਅਸੰਖਾਂ ਹੀ ਥਾਂ ਹੈਗੇ ਭਾਈ। ਅਗਮ ਅਗਮ ਅਸੰਖ ਲੋ, ਔਰ ਪਰੇ ਤੋਂ ਪਰੇ ਆ ਪਰਮਾਤਮਾ, ਗਮਿਆ ਨਹੀਂ ਜਾ ਸਕਦਾ। ਗਿਆਨ ਇੰਦਰੀਆਂ ਕਰਮ ਇੰਦਰੀਆਂ 'ਚ ਪਕੜ ਤੋਂ ਪਰੇ ਆ ਉਹ ਪਰਮਾਤਮਾ ਜਿਹੜਾ ਹੈਗਾ। ਅਸੰਖ ਲੋ ਹੈਗੇ ਉਹਦੇ ਲੋਕ ਅਸੰਖ ਹੀ ਹੈਗੇ ਲੋਕ, ਉਹਨਾਂ ਦੇ ਵਿੱਚ ਜੀਵ ਵਸਣ ਵਾਲੇ ਉਹ ਵੀ ਅਸੰਖ ਹੀ ਹੈਗੇ। ਅਸੰਖ ਕਹੇ ਸਿਰ ਭਾਰ ਹੋਏ, ਕਹਿੰਦੇ ਜਿਹੜਾ ਅਸੰਖ ਕਹਿੰਦਾ ਹੈ ਨਾ, ਜੇ ਮੈਂ ਅਸੰਖ ਵੀ ਕਹਿ ਰਿਹਾ ਤੇ ਕਹਿੰਦੇ ਇਹ ਵੀ ਗਲਤ ਹੈਗਾ। ਮੈਂ ਪੂਰਾ ਜਿਹੜਾ ਹੈਗਾ ਤੇ ਉਹ ਮਾਲਕ ਪਰਮਾਤਮਾ ਇਸ ਤੋਂ ਵੀ ਪਰੇ ਹੈਗਾ। ਹਾਂਜੀ ਵੀਰ ਜੀ। ਅੱਜ ਠੀਕ ਹੈ ਸਾਧ ਸੰਗਤ ਜੀ, ਬਾਣੀ ਆਪਾਂ ਨੂੰ ਸਮਝਾ ਰਹੀ ਆ ਕਿ ਕੁਦਰਤ ਨੇ ਜੋ ਵੀ ਕ੍ਰੀਏਸ਼ਨ ਕੀਤੀ ਹੈ, ਜੋ ਵੀ ਚੀਜ਼ ਬਣਾਈ ਆ, ਉਹ ਅਸੰਖ ਹੈ। ਉਹਦੀ ਗਿਣਤੀ ਨਹੀਂ ਹੈਗੀ ਕੋਈ। ਬਿਲਕੁਲ। ਮਤਲਬ ਕਿ ਤੇ ਉਹ ਜਿਹੜੀ ਚੀਜ਼ ਆ ਹੁਣ ਉਹ ਇਸ ਕਰਕੇ ਅਸੰਖ ਗਈ ਆ ਕਿ ਜਿਹਦੀ ਗਿਣਤੀ ਕੋਈ ਨਹੀਂ। ਹੁਣ ਗਿਣਤੀ ਆਪਾਂ ਕਿੱਦਾਂ ਕਰੀਏ? ਕੋਈ ਹੁਣ ਤੁਸੀਂ ਹਿਸਾਬ ਲੈ ਲਓ, ਕਿਹੜੀਆਂ ਹੀ ਕਿੰਨੀਆਂ ਕਿਤੇ ਕੀੜੀਆਂ ਨੇ ਧਰਤੀ ਤੇ, ਕੋਈ ਗਿਣ ਸਕਦਾ? ਚਲੋ ਬੰਦੇ ਤੇ ਤੁਸੀਂ ਗਿਣ ਲਓਗੇ, ਅਜੇ ਤੱਕ ਤੇ ਬੰਦੇ ਹੀ ਨਹੀਂ ਪੂਰੇ ਗਿਣੇ ਗਏ ਹੋਣੇ ਮੇਰੇ ਹਿਸਾਬ ਨਾਲ। ਕੀੜੀਆਂ, ਹੋਰ ਜਿਹੜੇ ਜਾਨਵਰ, ਡੱਡੂ, ਮੱਛੀਆਂ, ਹੋਰ ਤਿਤਲੀਆਂ, ਉਹ ਸਾਰੇ ਕਈ ਬਾਣੀ ਚ ਅਸੰਖੀ ਕਹਿਦੇ ਨੇ। ਮੈਨੂੰ ਆਪ ਜਸਟ ਸੋਚੋ ਕਿ ਉਹ ਕਿਤੇ ਕਿੰਨੇ ਕੁ ਘੁੰਮੇ ਸੀ, ਪਰ ਉਹਨਾਂ ਨੇ ਕਿਹਾ ਕਿ ਇਹ ਪਤਾ ਨਹੀਂ ਅਸੰਖੀ ਨੇ, ਇਹਨਾਂ ਦੀ ਗਿਣਤੀ ਨਹੀਂ ਹੈਗੀ। ਇੱਥੋਂ ਤੱਕ ਕਿ ਸਾਧ ਸੰਗਤ ਜੀ ਜਿਹੜੀਆਂ ਧਰਤੀਆਂ ਉਹ ਵੀ ਅਸੰਖ ਨੇ। ਆਪ ਜਸਟ ਸੋਚਿਆ ਕਦੇ ਇਹ ਬ੍ਰਹਿਮੰਡ ਦੇ ਅੰਦਰ ਧਰਤੀਆਂ ਅਸੰਖ ਨੇ, ਉਹ ਵੀ ਗਿਣਤੀ ਤੋਂ ਰਹਿਤ ਨੇ। ਪਤਾ ਨਹੀਂ ਸਾਨੂੰ ਕਿੰਨੀਆਂ, ਕਿਉਂਕਿ ਉਹ ਇੰਨੀਆਂ ਦੂਰ ਹੈ, ਸਾਨੂੰ ਪਤਾ ਹੀ ਨਹੀਂ। ਇੱਥੋਂ ਤੱਕ ਕਿ ਸਾਡੇ ਕੋਲ ਐਸੀ ਟੈਕਨੋਲੋਜੀ ਨਹੀਂ ਹੈਗੀ ਜਿਹਦੇ ਨਾਲ ਪਤਾ ਕਰ ਲਈਏ। ਆਪ ਜਸਟ ਸੋਚੋ ਕਿ ਪ੍ਰਮਾਤਮਾ ਨੇ ਜਿਹੜਾ ਬ੍ਰਹਿਮੰਡ ਕਿੱਦਾਂ ਬਣਾਇਆ। ਠੀਕ ਹੈ ਨਾ ਚਲਦਾ, ਕਹਿੰਦੇ ਅਸੰਖ ਕਹਿੰਦੇ ਆ ਤਾਂ ਵੀ ਭਾਰ ਆ ਜਾਂਦਾ ਭਾਈ। ਅਸੰਖ ਵੀ ਜਸਟੀਫਾਈਡ ਨਹੀਂ ਹੈਗਾ ਉਸ ਜਗ੍ਹਾ ਤੇ ਉੱਤੇ। ਅਸੰਖ ਕਹੇ ਸਿਰ ਭਾਰ ਹੋਏ। ਹਾਂਜੀ ਵੀਰ ਜੀ। ਵਿੱਚ ਗੈਪ ਆ ਜਾਂਦਾ ਹੈ। ਗੋਰਖੀ ਸਾਹਿਬ ਦੇ ਦੋ ਪਾਸੇ ਹੈਗੇ, ਦੇਖ ਲਓ ਭਾਈ। ਆਪਾਂ ਨੂੰ ਥੋੜਾ ਜਿਹਾ ਬਸ ਬਰਦਾਸ਼ਤ ਕਰਨਾ ਪਊਗਾ। ਹਾਂਜੀ ਨਿਜਰ ਸਾਹਿਬ, ਹਾਂਜੀ ਠੀਕ ਹੈ ਜੀ। ਹਾਂ, ਜਿਹੜੇ ਅਸੰਖ ਜਿਹੜਾ ਹੈਗਾ ਨਾ, ਦੇਖੋ ਕਾਊਂਟਲੈਸ ਆ। ਕੋਈ ਵੀ ਚੀਜ਼ ਹੈਗੀ ਨਾ ਨਿਜਰ ਸਾਹਿਬ, ਇੱਥੋਂ ਤੱਕ ਧਰਤੀਆਂ ਕੀ ਆ, ਸੂਰਜ, ਚੰਦਰਮਾ, ਸਾਰੇ ਅਸੰਖ। ਹਾਂਜੀ ਅੱਜ ਬਿਜ਼ੀ ਲੱਗ ਰਿਹਾ ਜ਼ਿਆਦਾ। ਇਹ ਵੀ ਬੜੀ ਬਹਾਦਰੀ ਹੈ ਜੀ ਵੀਰ ਜੀ, ਆਪਾਂ ਤਾਂ ਇੱਕ ਪਾਸਾ ਨਹੀਂ ਸੰਭਾਲ ਲੈਂਦਾ। ਆਪਣੇ ਵੀ ਬੰਦੇ ਦੇਖੋ ਕੰਮ ਤੇ ਹੈਗੇ ਆ। ਤੇ ਕਿੰਨਾ
ਮੁਸ਼ਕਲ ਆ। ਹਾਂ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਓਕੇ ਇੱਕ ਪਿਆਰ ਹਾਂਜੀ ਨੇਜਾ ਸਾਹਿਬ ਬੋਲੋ ਜੀ। ਹਾਂਜੀ 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 ਬੋਲੋ ਨੇਜਾ ਸਾਹਿਬ ਬਾਣੀ ਬੋਲੀ ਜੋ ਮੈਂ ਬੋਲੀ ਜਾਵਾਂ। ਅਸੰਖ ਕਹੇ ਸਿਰ ਭਾਰ ਹੋਏ, ਕਹਿੰਦੇ ਅਸੰਖ ਜਿਹੜੇ ਕਹਿੰਦੇ ਆ ਆਪਾਂ ਤਾਂ ਵੀ ਭਾਰ ਆਉਂਦਾ ਹੈ ਸਿਰ ਦੇ ਉੱਤੇ ਪਾਏ, ਤਾਂ ਵੀ ਜਿਹੜਾ ਹੈਗਾ ਸਹੀ ਬਿਆਨ ਨਹੀਂ ਕਰ ਸਕਦੇ ਆਪਾਂ ਉਹ ਮਾਲਕ ਪਰਮਾਤਮਾ ਦੀ ਕੁਦਰਤ ਦਾ। ਨੇਜਾ ਸਾਹਿਬ ਤੁਸੀਂ ਕਥਾ ਕਰੀ ਜੋ, ਮੈਂ 2 ਮਿੰਟ ਬਾਅਦ ਚ ਆਉਂਦਾ ਜੀ। ਓਕੇ ਜੀ, ਨੋ ਪ੍ਰੋਬਲਮ। ਆਖਰੀ ਨਾਮ ਆਖਰੀ ਸਲਾਹ। ਹੁਣ ਸਾਡੇ ਗਿੱਲ ਸਾਹਿਬ ਆ ਗਏ ਆ। ਆਖਰੀ ਨਾਮ ਆਖਰੀ ਸਲਾਹ। ਨਹੀਂ ਆ ਜਾਣਾ ਜੀ ਉਹਨਾਂ ਨੇ, ਮੈਂ 2-4 ਮਿੰਟ ਚ ਆ ਜਾਣਾ। ਕੋਈ ਗੱਲ ਨਹੀਂ ਬੇਟੀ। ਆਖਰੀ ਨਾਮ ਆਖਰੀ ਸਲਾਹ, ਆਖਰੀ ਗਿਆਨ ਗੀਤ ਗੁਣਗਾ। ਕਹਿੰਦੇ ਅੱਖਰਾਂ ਦੇ ਨਾਲ ਹੀ ਨਾਮ ਹੈਗਾ ਭਾਈ, ਅੱਖਰਾਂ ਦੇ ਨਾਲ ਹੀ ਸਿਫਤ ਸਲਾਹ ਕੀਤੀ ਜਾ ਸਕਦੀ ਆ। ਜਦ ਸਟਾਰਟਿੰਗ ਕਰਨਾ ਹੈ ਤੇ ਅੱਖਰਾਂ ਦੇ ਵਿੱਚ ਹੀ ਕਰਨਾ ਪਊਗਾ। ਅੱਖਰਾਂ ਤੋਂ ਹੀ ਸ਼ੁਰੂ ਹੋਣੀ ਹੈ ਜਰਨੀ। ਅੱਖਰਾਂ ਦੇ ਨਾਲ ਹੀ ਕਿਸੇ ਦਾ ਨਾਮ ਜਿਹੜਾ ਹੈਗਾ ਆਪਾਂ ਕਿਸੇ ਨੂੰ ਬੁਲਾ ਸਕਦੇ ਹਾਂ ਅੱਖਰਾਂ ਦੇ ਨਾਲ। ਕੋਈ ਕਿਸੇ ਜਗ੍ਹਾ ਦਾ ਨਾਂ, ਕਿਸੇ ਬੰਦੇ ਦਾ ਨਾਂ, ਜੋ ਵੀ ਹੈ ਅੱਖਰਾਂ ਦੇ ਨਾਲ, ਸਾਰਾ ਕੁਝ ਅੱਖਰਾਂ ਦੇ ਨਾਲ ਹੈ। ਪਰਮੇਸ਼ਰ ਦੀ ਸਿਫਤ ਸਲਾਹ ਸਟਾਰਟ ਕਰਨੀ ਹੈ ਤੇ ਉਹ ਵੀ ਅੱਖਰਾਂ ਦੇ ਨਾਲ ਹੈ, ਕਿਉਂਕਿ ਉਹ ਮਾਲਕ ਪਰਮਾਤਮਾ ਤਾਂ ਦਿਸਦਾ ਨਹੀਂ ਹੈ। ਉਹ ਕੋਈ ਉਹਦਾ ਜਿਹੜਾ ਹੈਗਾ ਨਾ ਆਕਾਰ ਹੈਗਾ, ਉਹਦਾ ਨਿਰਾਕਾਰ ਹੈ, ਨਿਰੰਕਾਰ ਹੈਗਾ। ਆਖਰੀ ਗਿਆਨ ਗੀਤ ਗੁਣਗਾ, ਔਰ ਅੱਖਰਾਂ ਦੇ ਨਾਲ ਹੀ ਗਿਆਨ ਲਿਆ ਜਾ ਸਕਦਾ ਹੈ, ਦਿੱਤਾ ਜਾ ਸਕਦਾ ਹੈ। ਗੀਤ ਲਿਖੇ ਜਾ ਸਕਦੇ ਆ, ਗਾਏ ਜਾ ਸਕਦੇ ਆ, ਗੁਣ ਗਾਏ ਜਾ ਸਕਦੇ ਆ। ਆਖਰੀ ਗਿਆਨ ਗੀਤ ਗੁਣਗਾ, ਗਿਆਨ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਆਪਾਂ ਉਹਦੀ ਤਹਿ ਤੱਕ ਜਾ ਸਕਦੇ ਆ। ਇਹ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਗੀਤਾਂ ਦੇ ਵਿੱਚ ਹੈਗਾ। ਪਰਮੇਸ਼ਰ ਦੇ ਗੁਣ ਹੈਗੇ ਆ, ਸਾਰਾ ਜਿਹੜਾ ਹੈਗਾ ਨਾਮ ਦੀ ਮਹਿਮਾ ਹੈਗੀ ਆ। ਆਖਰੀ ਲਿਖਣ ਬੋਲਣ ਬਾਣ, ਅੱਖਰਾਂ ਦੇ ਵਿੱਚ ਜਿਹੜੀ ਹੈ ਲਿਖਿਆ ਜਾ ਸਕਦਾ ਹੈ, ਲਿਖਿਆ ਬਗੈਰ ਅੱਖਰਾਂ ਤੇ ਲਿਖ ਵੀ ਨਹੀਂ ਸਕਦੇ, ਬੋਲ ਵੀ ਨਹੀਂ ਸਕਦੇ। ਬਾਣੀ ਜਿਹੜੀ ਵੀ ਹੈਗੀ, ਸਾਰੀ ਬਾਣੀ ਜਿਹੜੀ ਵੀ ਬਾਣੀ ਦੁਨੀਆ ਦੀ ਹੈਗੀ, ਸਾਰੀਆਂ ਬਾਣੀਆਂ ਜਿਹੜੀਆਂ ਹੈਗੀਆਂ ਅੱਖਰਾਂ ਦੇ ਵਿੱਚ ਹੀ ਹੈਗੀਆਂ। ਅੱਖਰਾਂ ਸਿਰ ਸੰਜੋਗ ਵਖਾਣ, ਕਹਿੰਦੇ ਅੱਖਰਾਂ ਦੇ ਨਾਲ ਹੀ ਸਾਰੇ ਜਿੰਨੇ ਵੀ ਹੈਗੇ ਸੰਜੋਗ, ਜਿਨ੍ਹਾਂ ਦੇ ਭਾਗ ਹੈਗੇ ਆ, ਉਹਨਾਂ ਦਾ ਵਿਖਿਆਨ ਅੱਖਰਾਂ ਦੇ ਨਾਲ ਹੀ ਹੋ ਸਕਦਾ। ਹਰੇਕ ਇੰਡੀਵਿਜੂਅਲ, ਹਰੇਕ ਸਿਰ ਦੇ ਉੱਤੇ, ਹਰੇਕ ਦੇ ਉੱਤੇ ਲੇਖ ਹੈਗੇ ਅੱਖਰਾਂ ਦੇ, ਅੱਖਰਾਂ ਦੇ ਲੇਖ ਹੈਗੇ ਸਾਰਿਆਂ ਦੇ ਸਿਰ ਦੇ ਉੱਤੇ। ਇਹ ਸਾਰਾ ਲੇਖਾ ਅੱਖਰਾਂ ਦੇ ਵਿੱਚ ਹੀ ਹੈਗਾ। ਅੱਖਰਾਂ ਸਿਰ ਸੰਜੋਗ ਵਖਾਣ, ਔਰ ਪਰਮਾਤਮਾ ਦੀ ਉਸਤਤ ਕਰਨੀ ਆ। ਤੇ ਜੇ ਸੰਜੋਗ ਹੈਗਾ ਉਹ ਜਾਂ ਵਿਜੋਗ ਹੈਗਾ ਤੇ ਉਹ ਵੀ ਜਿਹੜਾ ਹੈਗਾ ਅੱਖਰਾਂ ਦੇ ਵਿੱਚ ਹੀ ਹੈ ਭਾਈ, ਮਾਇਆ ਵਾਲੇ ਪਾਸੇ ਜਾਂ ਲਿਵ ਵਾਲੇ ਪਾਸੇ। ਜਿਨੇ ਲਿਖੇ ਤਿਸ ਸਿਰ ਨਾਹੇ, ਜਿਸ ਮਾਲਕ ਪਰਮਾਤਮਾ ਨੇ ਇਹ ਅੱਖਰ ਜਿਹੜੇ ਹੈਗੇ, ਇਹ ਬੋਲੀ ਜਿਹੜੀ ਹੈਗੀ ਹੈ, ਬਾਣੀ ਜਿਹੜੀ ਹੈਗੀ ਆ, ਜਿਸ ਮਾਲਕ ਪਰਮਾਤਮਾ ਨੇ ਸਾਰੇ ਜੀਵਾਂ ਦੇ ਸਿਰ ਦੇ ਉੱਤੇ ਜਿਹੜੇ ਲੇਖ ਲਿਖੇ ਹੋਏ ਆ, ਕਰਮਾਂ ਦੇ ਲੇਖ, ਸਾਰਿਆਂ ਦੀ ਲਿਖਤ ਜੋ ਖੇਡ ਮਾਲਕ ਪਰਮਾਤਮਾ ਨੇ ਬਣਾਈ ਆ, ਕਿਉਂਕਿ ਸਾਰੀ ਦੀ ਸਾਰੀ ਅੱਖਰਾਂ ਦੇ ਵਿੱਚ ਹੈ ਭਾਈ। ਉਹਨਾਂ ਦਾ ਸਾਰੀ ਕੈਲਕੂਲੇਸ਼ਨ ਜਿਹੜੀ ਧਰਮਰਾਜ ਕਰ ਰਿਹਾ ਹੈ, ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਉਹ ਇਹਨਾਂ ਦੇ ਦੁਆਰਾ ਹੀ ਹੈਗੀ ਹੈ। ਜਿਹਨੇ ਲਿਖੇ ਤਿਸ ਸਿਰ ਨਾਹੇ, ਜਿਸ ਮਾਲਕ ਪਰਮਾਤਮਾ ਨੇ ਇਹ ਸਾਰੀ ਦੀ ਸਾਰੀ ਖੇਡ ਦੀ ਰਚਨਾ ਕੀਤੀ ਹੈ, ਇਹ ਸਾਰਾ ਧਰਮਰਾਜ ਬਿਠਾਇਆ, ਸਾਰੇ ਜੀਵ ਹੈਗੇ ਉਹਨਾਂ ਨੂੰ ਲੇਖੇ ਦੇ ਵਿੱਚ ਪਾਇਆ। ਕਹਿੰਦੇ ਉਹ ਆਪ ਪਰ ਲੇਖੇ ਦੇ ਵਿੱਚ ਨਹੀਂ ਹੈਗਾ, ਉਹਦੇ ਸਿਰ ਤੇ ਕੋਈ ਲੇਖ ਨਹੀਂ ਹੈਗਾ, ਉਹਦੇ ਸਿਰ ਤੇ ਕੋਈ ਭਾਰ ਨਹੀਂ ਹੈਗਾ। ਜਿਹਨੇ ਲਿਖੇ ਤੇ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਏ। ਜਿਸ ਤਰ੍ਹਾਂ ਉਹ ਮਾਲਕ ਪਰਮਾਤਮਾ ਫਰਮਾਉਂਦਾ ਹੈ, ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ, ਜੋ ਮਾਲਕ ਦਾ ਹੁਕਮ ਹੁੰਦਾ ਹੈ, ਉਹਦੇ ਅਨੁਸਾਰ ਜਿਹੜਾ ਹੈਗਾ ਜੀਵ ਜਿਹੜੇ ਹੈਗੇ ਉਹਨਾਂ ਨੂੰ ਦਾਤਾਂ ਮਿਲਦੀਆਂ। ਜੇਤਾ ਕੀਤਾ ਤੇਤਾ ਨਾਉ, ਕਹਿੰਦੇ ਜਿੰਨਾ ਵੀ ਮਾਲਕ ਪਰਮਾਤਮਾ ਨੇ, ਜਿੰਨਾ ਵੀ ਜੋ ਵੀ ਜਿਹੜਾ ਹੈਗਾ ਇਹ ਕੁਦਰਤ ਮਾਲਕ ਨੇ ਬਣਾਈ ਆ, ਇਹ ਰਚਨਾ ਕੀਤੀ ਹੈਗੀ ਆ, ਇਹ ਸਾਰੀ ਦੀ ਸਾਰੀ ਨਾਮ ਦੇ ਨਾਲ ਕੀਤੀ ਹੈ। ਔਰ ਨਾਮ ਹੈਗਾ, ਇਹ ਸਾਰੀ ਰਚਨਾ ਦੇ ਵਿੱਚ ਨਾਮ ਹੈ। ਨਾਮ ਦੇ ਨਾਲ ਹੀ ਸਾਰੀ ਜਿਹੜੀ ਖੇਡ ਚੱਲ ਰਹੀ ਹੈ। ਔਰ ਸਾਰੇ ਦੇ ਜਿਹੜੇ ਹੈਗੇ ਆਪੋ ਆਪਣੇ ਜਿਹੜੇ ਹੈਗੇ ਆਪੋ ਆਪਣੇ ਜਿਹੜੇ ਹੈਗੇ ਹੁਕਮ, ਮਾਲਕ ਦੇ ਹੁਕਮ ਦੇ ਵਿੱਚ ਕਾਰ ਸਾਰੇ ਦੇ ਸਾਰੇ ਕਰ ਰਹੇ। ਸੂਰਜ, ਧਰਤੀ, ਚੰਦ, ਪਾਣੀ,
ਅੱਗ ਸਾਰੇ ਦੇਖ ਲਓ ਇਹ ਜਿਹੜੇ ਹੈਗੇ ਉਹ ਨਾਮ ਦੇ ਨਾਲ ਵੱਜੇ ਹੋਏ ਆ ਪਾਏ, ਨਾਮ ਦੇ ਸੂਤ ਦੇ ਵਿੱਚ ਪਰੋਏ ਹੋਏ ਆ ਸਾਰੇ ਦੇ ਸਾਰੇ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਮੈ ਨਾਹੀ ਕੋ ਥਾਉ। नाम तो बगैर कोई था नहीं हैगी पाई, नाम और नामी तो बगैर कोई था नहीं है। नामी और नाम अभेद हैगे। कुदरत कवन कहाँ विचार, हे मेरे मालका तेरी कुदरत, मैं किस तरीके दे नाल अखरां दे विच तेरी कुदरत दी विचार कर सकदा है। इन्नी वड्डी तेरी कुदरत हैगी है। कुदरत कवन कहाँ विचार, किस तरीके दे नाल मैं ਇਹਦੀ ਵਿਚਾਰ ਕਰ ਸਕਦਾ ਹਾਂ। ਬ੍ਰਹਮਾ ਵਰਗਾ ਵੀ ਜਿਹੜਾ ਹੈਗਾ ਨੇਤੀ ਨੇਤੀ ਕਰ ਗਿਆ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤਾਂ ਤੇਰਾ ਹੁਕਮ ਇੱਕ ਵਾਰੀ ਵੀ ਨਹੀਂ ਕਮਾਉਂਦਾ। ਵਾਰਿਆ ਨਾ ਜਾਵਾਂ, ਤੂੰ ਇੰਨਾ ਵੱਡਾ ਹੈਗਾ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ। ਜੋ ਤੈਨੂੰ ਚੰਗੀ ਲੱਗਦੀ ਹੈ ਮਾਲਕਾ, जो तुद पावै साई भली कहार। तुद पावै तेरी बंदगी तू गुणी गहीरा। पंजी पातशाह कह रही है भाई मालक नूं तां चीज़ चंगी लगती है। जो तुद पावै साई भली कहार, तू सदा सलामत निरंकार। हे मेरे मालका तू अविनाशी हैगा, हमेशा रहने वाला है। पहला भी सीगा, हुण भी हैगा, गाहां भी रहेगा। इस करके तेरी भगती करनी ही फबदी आ, तैनू ही सलाम करनी फबदी आ मालका। हाँ जी वीर जी। हाँ जी वीर जी। ये वीर जी ये जेड़ा गुरु जी कह रहे हैं कि अखरी नाम अखरी सलाह अखरी ज्ञान गीत गुण गा, अखरी लिखन बोलन वाहन अखरा सिर संजोग बखान। ये जे असीं अखर जिस तरह बाणी दे किसी भाषा दे अखर लईए जी, ਅੱਖਰਾਂ ਵਿੱਚ ਤਾਂ ਵੀਰ ਜੀ ਨਾਮ ਵੀ ਨਹੀਂ ਜਪਿਆ ਜਾ ਸਕਦਾ, ਸਿਫਤ ਸਲਾਹ ਵੀ ਨਹੀਂ ਹੋ ਸਕਦੀ। ਕਿਉਂਕਿ ਅੱਖਰਾਂ ਵਿੱਚ ਤਾਂ ਹਉਮੈ ਹੈ, ਆਕਾਰ ਅੱਖਰਾਂ ਦਾ। ਅਸੀਂ ਅੱਖਰਾਂ ਨਾਲ ਜੁੜਾਂਗੇ ਤਾਂ ਹਉਮੈ ਨਾਲ ਜੜਾਂਗੇ ਜੀ। ਹਉਮੈ ਵਿੱਚ ਸੇਵ ਨਾ ਹੋਈ, ਨਾਮ ਨਾ ਪਾਇਆ ਜਾਏ। ਕਿਉਂਕਿ ਹਉਮੈ ਵਿੱਚ ਨਹੀਂ ਆਪਾਂ ਮਤਲਬ ਅੱਖਰਾਂ ਦੇ ਜਿੰਨਾ ਚਿਰ ਮਾਇਆ ਨਾਲ ਜੁੜਿਆ ਉਹ ਨਹੀਂ ਕਰ ਸਕਦੇ। ਇਹਦੇ ਵਿੱਚ ਇੱਕ ਆਹ ਚੀਜ਼ ਮੈਨੂੰ ਲਿਖੀ ਆ ਵੀਰ ਜੀ ਕਿ जिन्ने लिखे तिसर नाहे, जे फरमाए तिते पाए। जिन्ने लिखे मतलब इत्थे अखरां दा मतलब मैं समझदा जी कि अखर लेख लेख लिखे, भाग लिखे। हाँ भी ਜਿਹਦੇ ਭਾਗਾਂ ਵਿੱਚ ਮਤਲਬ ਲਿਖਿਆ ਪਿਛਲਾ ਇਹਦਾ ਜੀ, ਉਹੀ ਮਤਲਬ ਇਸ ਦੀ ਸ਼ਬਦ ਦੀ ਕਮਾਈ ਕਰਕੇ ਉਹੀ ਫਿਰ ਮਤਲਬ ਇੱਕ ਮਨ ਇੱਕ ਚਿੱਤ ਹੋ ਕੇ ਉਹੀ ਫਿਰ ਧਿਆ ਸਕਦਾ ਜੀ, ਉਹੀ ਸਲਾਹ ਕਰ ਸਕਦਾ, ਉਹੀ ਮਤਲਬ ਗੀਤ ਗਾ ਸਕਦਾ ਜੀ। ਤੇ ਇਹਦਾ ਮਤਲਬ ਅੱਖਰ ਜਿਹੜੇ ਅੱਖਰ ਦਾ ਮਤਲਬ ਲੇਖ ਹੈਗੇ, ਲੇਖ ਪਿਛਲੇ ਜਨਮ ਦੇ ਭਾਗ। ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਜੀ। ਨਹੀਂ ਇੱਕ ਸੈਕਿੰਡ, ਫਿਰ ਜਿਹੜਾ ਵੀਰ ਜੀ ਜਿਨ ਇਹ ਲਿਖੇ ਮਤਲਬ ਜਿਹੜਾ ਹੈਗਾ ਤਿਸਿਰ ਨਾਹੇ, ਕੀ ਮਤਲਬ ਇਹਦਾ ਪੂਰਾ ਫਿਰ ਐਕਸਪਲੇਨ ਕਰੋ ਨਾ ਇਸ ਚੀਜ਼ ਨੂੰ। ਜਿਨ ਹਾਂਜੀ ਮਤਲਬ ਹਾਂ ਅੱਖਰਾਂ ਸਿਰ ਸੰਜੋਗ ਬਖਾਨ, ਜਿਨੇ ਲਿਖੇ ਤਿਸ ਨਾਹੇ। ਕਿਉਂਕਿ ਜੋ ਪ੍ਰਮਾਤਮਾ ਹੈ ਉਹਦੇ ਵਿੱਚ ਤਾਂ ਉਹਨੇ ਲੇਖਾ ਥੋੜੀ ਦੇਣਾ ਜੀ, ਉਹ ਤਾਂ ਲੇਖਾ ਤੋਂ ਮਤਲਬ ਬਾਹਰ ਹੈਗਾ ਜੀ। ਨਹੀਂ ਫਿਰ ਜਿਨੇ ਲਿਖੇ ਮਤਲਬ ਇਹ ਲੇਖ ਲਿਖੇ ਜਾਂ ਅੱਖਰ ਲਿਖੇ, ਕਿਹੜੀ ਗੱਲ ਕਰ ਰਹੇ ਹੋ? ਨਹੀਂ ਲੇਖ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਨਾਮ ਬੰਦਾ ਉਹ ਵੀ ਜਪ ਸਕਦਾ ਜਿਹਦੇ ਮਤਲਬ ਪਿੱਛੇ ਉਹਦੇ ਉਹ ਗੁਰਬਾਣੀ ਦੇ ਵਿੱਚ ਕਿ ਜਿਹਦੇ ਉਹਦੇ ਭਾਗਾਂ ਵਿੱਚ ਹੈਗਾ ਜੀ, ਜਾਂ ਲੇਖ ਲਿਖਿਆ ਉਹਦੇ ਮਤਲਬ ਕਿਸਮਤ ਵਿੱਚ ਹੈ ਜੀ। ਹਰੇਕ ਬੰਦਾ ਨਹੀਂ ਕਰ ਸਕਦਾ ਜੀ। ਅੱਖਰਾਂ ਆਪਣੇ ਚੰਗੇ ਭਾਗ ਆ ਜੀ, ਆਪਾਂ ਸੰਗਤ ਕਰ ਰਹੇ ਹਾਂ ਜੀ। ਨਹੀਂ ਦੇਖੋ ਅੱਖਰਾਂ ਦੇ ਸਿਰ ਦੇ ਉੱਤੇ ਅੱਖਰਾਂ ਦੇ ਦੁਆਰਾ ਜਿਹੜਾ ਹੈਗਾ ਸੰਜੋਗ ਦੇ ਨਾਲ ਆਪਾਂ ਵਿਖਿਆਨ ਕਰ ਸਕਦੇ ਹਾਂ, ਮਾਲਕ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦੇ ਹਾਂ। ਹਾਂਜੀ ਜਿਹਦੇ ਮਤਲਬ ਮੈਂ ਤਾਂ ਹੀ ਸਮਝਦਾ ਵੀ ਜਿਹਦੇ ਭਾਗਾਂ ਦੇ ਵਿੱਚ ਕਿਸਮਤ ਦੇ ਵਿੱਚ ਉਹ ਲੇਖ ਲਿਖੇ ਹੋਏ ਆ ਜੀ, ਉਹ ਭਾਗ ਬਣੇ ਹੋਏ ਆ, ਉਹੀ ਫਿਰ ਇਸ ਦੀ ਮਤਲਬ ਕਰ ਸਕਦਾ ਜੀ। ਤੇ ਕਰੂਗਾ ਉਹ ਮਤਲਬ ਜਿੰਨਾ ਚਿਰ ਉਹ ਇੱਕ ਮਨ ਇੱਕ ਚਿੱਤ ਨਹੀਂ ਹੋ ਸਕਦਾ ਜੀ। ਤੇ ਕਿਉਂਕਿ ਦੂਸਰੇ ਅੱਖਰਾਂ ਨਾਲ ਬਾਣੀ ਵਿੱਚ ਤਾਂ ਅਸੀਂ ਸਲਾਹ ਨਹੀਂ ਸਕਦੇ ਜੀ। ਉਹ ਤਾਂ ਹੁਣ ਵਾਹਿਗੁਰੂ ਵੀ ਜਿਹੜਾ ਹੈਗਾ ਉਹ ਵੀ ਆਕਾਰ ਦੇ ਵਿੱਚ ਹੈਗਾ ਜੀ। ਆਕਾਰ ਨਾਲ ਜਿੰਨਾ ਚਿਰ ਅਸੀਂ ਜੁੜੇ ਆ ਅਸੀਂ ਮਤਲਬ ਪਰਮਾਤਮਾ ਦੀ ਸਿਫਤ ਸਲਾਹ
ਜਾਂ ਨਾਮ ਨਹੀਂ ਜਪ ਸਕਦੇ ਜੀ, ਨਾ ਗੀਤ ਗਾ ਸਕਦੇ ਆ ਜੀ, ਨਾ ਅਸੀਂ ਸਿਮਰਨ ਕਰ ਸਕਦੇ ਆ ਜੀ, ਨਾ ਆਰਾਧ ਸਕਦੇ ਆ। ਤੇ ਇਹਨੂੰ ਬਾਕੀ ਵਿਚਾਰ ਤੁਸੀਂ ਪਰ ਸਟਾਰਟਿੰਗ ਹਾਂਜੀ ਹਾਂਜੀ ਇੱਥੇ ਥੋੜਾ ਇਹਦਾ ਫਰਕ ਆ। ਆਪਾਂ ਜਿਸ ਤਰ੍ਹਾਂ ਕਰਮ ਕਹਿੰਦੇ ਕਰਮਾਂ ਦੀ ਗੱਲ ਹੈ, ਜਾਂ ਮੈਨੂੰ ਕਰਮਾਂ ਹੀ ਮਿਲਣਾ ਕਿ ਨਹੀਂ ਮਿਲਣਾ। ਕਰਮਾਂ ਦਾ ਮਤਲਬ ਹੈ ਕੰਮ। ਜਿਹੋ ਜਿਹੇ ਤੁਸੀਂ ਕੰਮ ਕਰੋਗੇ ਉਹੋ ਜਿਹਾ ਤੁਹਾਨੂੰ ਫਲ ਮਿਲਣਾ, ਆਪ ਜੋ ਕਰਦੇ ਆਪਾਂ। ਬਿਲਕੁਲ ਸਹੀ ਹੈ ਜੀ, ਸਹੀ ਹੈ ਬਿਲਕੁਲ। ਕੋਈ ਤੋਂ ਨਹੀਂ ਤੁਹਾਨੂੰ ਵੱਖਰੇ ਕਰਮ ਕਹਿੰਦੇ, ਤੂੰ ਜੂਆ ਖੇਡ, ਤੂੰ ਸ਼ਰਾਬ ਪੀ, ਤੂੰ ਵੈਸ਼ਨੂੰ ਬਣ ਜਾ, ਤੂੰ ਬਲਵੰਤ ਬਣ ਜਾ। ਇਹ ਸਾਡੀ ਸੋਚ ਆ। ਕੰਮ ਜਿਹੋ ਜਿਹੇ ਕਰਾਂਗੇ, ਜੇ ਚੋਰੀਆਂ ਕਰਨੀਆਂ ਤੇ ਚੋਰੀਆਂ ਜੇਲ੍ਹ ਤੇ ਜਾਣਾ ਪਊ। ਬਿਲਕੁਲ ਜਾਣਾ ਪਊਗਾ। ਇਹੀ ਕੋਈ ਨਹੀਂ ਪਹਿਲੋਂ ਕੋਈ ਸਾਡੇ ਕਿਸੇ ਦੇ ਕਰਮਾਂ ਜੇਲ੍ਹ ਜੂਲ ਲੈ ਲਈ। ਸਾਡੀਆਂ ਆਦਤਾਂ, ਸਾਡੇ ਕਰਮ, ਉਹਨੂੰ ਕਹਿੰਦੇ ਕੰਮ ਜਿਹੜਾ ਆਪਾਂ ਕਰਦੇ ਆ। ਮੇਰੇ ਮੁਤਾਬਕ ਇਹ ਆ। ਨਹੀਂ, ਪਰ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਜੀ, ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਦੇਖੋ ਇਹ ਜਿਹੜੀ ਹੈਗੀ ਨਾ, ਜਿਹੜੀ ਇਹ ਕਰਮਾਂ ਦੀ ਖੇਡ ਜਿਹੜੀ ਹੈਗੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕੀਤੇ ਕਰਮਾਂ ਦੇ ਨਾਲ ਜਿਹੜੇ ਹੈਗੇ ਆਪਾਂ ਵਿਛੜ ਜਾਂਦੇ ਆ ਤੇ ਉਹੀ ਲੇਖ ਬਣ ਜਾਂਦੇ ਆ ਆਪਣੇ। ਉਹ ਲੇਖ ਆ, ਉਹ ਆਪਾਂ ਨੂੰ ਭੁਗਤਣੇ ਪੈਣੇ ਆ। ਉਹ ਕਰਮ ਜਿਹੜੇ ਆ ਜੋ ਆਪਾਂ ਨੇ ਕੀਤੇ, ਕੰਮ ਹੈ ਨਾ ਉਹੀ ਫਿਰ ਹੋਇਆ ਨਾ ਜਿਹੜੇ ਆਪਾਂ ਜਿਹੋ ਜਿਹੇ ਕੰਮ ਕਰਦੇ ਆ। ਹਾਂ, ਲੇਖ ਬਿਲਕੁਲ ਭਾਗ ਤਾਂ ਆਪਾਂ ਹੀ ਬਣਾਉਣੇ ਆ ਨਾ, ਕਿਉਂਕਿ ਫਰੀ ਆਪਾਂ ਹੀ। ਉਹ ਮੈਂ ਕਹਿ ਰਿਹਾ ਨਾ ਵੀ ਆਪਾਂ ਬਣਾਉਣੇ ਜਿਹੋ ਜਿਹੇ ਮਰਜ਼ੀ ਬਣਾਓ। ਬਿਲਕੁਲ, ਇਹ ਤਾਂ ਬਿਲਕੁਲ ਗੁਰਬਾਣੀ ਸ਼ੁਰੂ ਕਰੋ ਜੀ ਕਥਾ। ਹਾਂਜੀ, ਇਹ ਗੁਰਬਾਣੀ ਦਾ ਬੇਸ ਹੈਗਾ ਜੀ। ਦੇਖੋ ਫਰੀਦ ਜੀ ਕਹਿੰਦੇ ਆ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਕਹਿੰਦੇ ਕਾਲੇ ਭਾਗ ਨਾ ਬਣਾ ਆਪਣੇ, ਜੇ ਤੇਰੇ ਕੋਲ ਥੋੜੀ ਬਹੁਤ ਅਕਲ ਹੈਗੀ ਆ। ਆਪਨੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ ਆਇਆ ਪਾਈ। ਕਿਉਂਕਿ ਲੇਖ ਆਪਣੇ ਕਲਮ ਆਪਣੇ ਹੱਥ ਦੇ ਵਿੱਚ ਹੈਗੀ ਆ। ਆਹ ਸਮਾਂ ਆਪਾਂ ਨੂੰ ਮਿਲਿਆ ਹੈ, ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਇਹ ਕਰਮ ਭੂਮੀ ਹੈਗੀ, ਇੱਥੇ ਆਪਾਂ ਭਾਗ ਬਣਾਉਣ ਵਾਸਤੇ ਤਾਂ ਆਏ ਹੋਏ ਆ। ਜੇ ਭਾਗ ਹੀ ਨਾ ਬਣਨ ਤੇ ਫਿਰ ਤਾਂ ਆਪਾਂ ਨਿਕਲ ਹੀ ਨਹੀਂ ਸਕਦੇ। ਫਿਰ ਮਾਲਕ ਦੀ ਜਿਹੜੀ ਹੈ ਰਹਿਮ ਦੇ ਉੱਤੇ, ਉਹਦੀ ਬਖਸ਼ਿਸ਼ ਦੇ ਉੱਤੇ ਹੈਗਾ ਭਾਈ। ਜਿਹਨੂੰ ਉਹਨੇ ਕੱਢਣਾ ਹੈ ਕੱਢ ਲੈ, ਜਿਹਨੂੰ ਉਹਨੇ ਡੁਬੋਣਾ ਹੈ ਡੁਬੋ ਹੀ ਰੱਖੇ। ਜੇ ਮਾਲਕ ਦੇ ਉੱਤੇ ਹੀ ਹੈਗਾ ਫਿਰ ਸਜ਼ਾ ਸਾਨੂੰ ਕਿਉਂ ਮਿਲਦੀ ਹੈ? ਹਰ ਲੇਖ ਦਾ ਮਤਲਬ ਇਹੀ ਹੋ ਗਿਆ ਕਿ ਆਪਦੇ ਭਾਗ ਬਣਾ ਪਾਏ। ਹਾਂ, ਫਿਰ ਸਜ਼ਾ ਕਿਉਂ ਮਿਲਦੀ ਆਪਾਂ ਨੂੰ? ਸਜ਼ਾ ਆਪਾਂ ਕਿਉਂ ਫੜੇ ਜਾਂਦੇ ਆ? ਜੇ ਆਪਣੇ ਹੱਥ 'ਚ ਨਹੀਂ ਹੈਗਾ, ਜੇ ਆਪਣਾ ਮਾਲਕ ਦੀ ਬਖਸ਼ਿਸ਼ ਤੇ ਸਾਰਾ ਕੁਝ ਹੈਗਾ, ਤੇ ਫਿਰ ਆਪਾਂ ਨੂੰ ਸਜ਼ਾ ਕਿਉਂ ਮਿਲਦੀ ਹੈ ਭਾਈ? ਹਾਂਜੀ ਗੋਰਕੀ ਸਾਹਿਬ, ਇਹ ਹੁਕਮ ਨਹੀਂ ਨਾ ਮੰਨਦੇ ਨਾ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਜਿਹੜਾ ਨਾ ਨਹੀਂ ਏਦਾਂ ਨਹੀਂ ਹੁੰਦਾ। ਪਹਿਲਾਂ ਜਿਹਨੂੰ ਆਪ ਅੰਡਰਸਟੈਂਡ ਕਰੋ। ਜਿਹੜਾ ਪੁਰਸ਼ ਆ ਨਾ, ਉਹ ਹਉਮੈ ਦੇ ਵਿੱਚ ਆ ਜਾਂਦਾ ਤੇ ਆਪਣੇ ਆਪ ਨੂੰ ਕਰਤਾ ਸਮਝਣ ਡਿਆ ਪੈਂਦਾ। ਜਿੱਦਾਂ ਸ਼ੀਸ਼ਾ ਵਾ, ਸ਼ੀਸ਼ੇ 'ਚ ਕੁਝ ਵਾਪਰ ਰਿਹਾ ਵਾ, ਪਰ ਸ਼ੀਸ਼ਾ ਕਰਤਾ ਨਹੀਂ ਹੈਗਾ। ਸ਼ੀਸ਼ਾ ਤੇ ਦਿਖਾਉਣ ਵਾਲਾ ਹੈ ਬਸ। ਇਹ ਪੁਰਸ਼ ਦੇ ਵਿੱਚ ਕੁਝ ਨਹੀਂ ਹੋ ਰਿਹਾ, ਆਤਮਾ 'ਚ ਕੁਝ ਨਹੀਂ ਹੋ ਰਿਹਾ। ਇਸ ਲਈ ਵਿਦਿਆ ਹੈ, ਅਗਿਆਨ ਹੈ। ਜੋ ਵੀ ਹੋ ਰਿਹਾ ਪ੍ਰਕਿਰਤੀ 'ਚ ਹੋ ਰਿਹਾ। ਸੁੱਖ ਦੁੱਖ ਪ੍ਰਕਿਰਤੀ 'ਚ। ਪੁਰਸ਼ ਦੇ ਤਲ ਤੇ ਜਦੋਂ ਤੁਹਾਨੂੰ ਆਤਮ ਗਿਆਨ ਪ੍ਰਾਪਤ ਹੋ ਜਾਣਾ, ਤੁਹਾਨੂੰ ਸੁੱਖ ਦੁੱਖ ਤੋਂ ਤੁਸੀਂ ਅੱਗੇ ਚੱਲ ਜਾਣਾ। ਰਾਗ ਦਵੇਸ਼ ਤੋਂ ਤੁਸੀਂ ਅੱਗੇ ਚੱਲ ਜਾਣਾ। तो आप निजा साहब थोड़ी बाणी शुरू कर दो 2 मिनट ਤੇ ਫਿਰ ਆਪਾਂ। ਤੇ ਬਾਣੀ ਪੂਰੀ ਹੋ ਗਈ ਤੁਹਾਡੀ? ਨਹੀਂ, ਉਹ ਤਾਂ ਸ਼ਬਦ ਤਾਂ ਪੂਰਾ ਹੋ ਗਿਆ ਸੀਗਾ ਜੀ। ਹੁਣ ਵਿਆਖਿਆ ਤੁਸੀਂ ਕਰਨੀ ਸੀਗੀ। ਹਾਂ ਬੋਲੋ ਜੀ, ਬੋਲੋ ਦਵਾ ਦਵ ਆਪਾਂ। ਹਾਂਜੀ, ਕੋਸ਼ਿਸ਼ ਕਰਦੇ ਹਾਂ। ਇਹ ਹੈਗੀ ਜੀ ਆਖਰੀ ਨਾਮ, ਆਖਰੀ ਸਲਾਹ, ਆਖਰੀ ਗਿਆਨ ਗੀਤ ਗੁਣਗਾ। ਕਹਿੰਦੇ ਅੱਖਰਾਂ ਦੇ ਨਾਲ ਦੁਆਰਾ ਹੀ ਜਿਹੜਾ ਹੈਗਾ ਨਾਮ ਜਿਹੜਾ ਹੈਗਾ, ਜੇ ਕਿਸੇ ਨੇ ਦੱਸਣਾ ਹੈ ਤੇ ਅੱਖਰਾਂ ਦੇ ਵਿੱਚ ਹੀ ਦੱਸ ਸਕਦਾ ਹੈ। ਹੋਰ ਕਿਸੇ ਤਰੀਕੇ ਨਾਲ ਤਾਂ ਨਾਮ ਦੱਸ ਨਹੀਂ ਸਕਦਾ। ਉਹ ਸਿਰਫ ਸਲਾਹ ਕਰਨੀ ਹੈ ਤੇ ਉਹ ਵੀ ਅੱਖਰਾਂ ਦੇ ਵਿੱਚ ਹੀ ਜਿਹੜਾ ਹੈਗਾ ਸਲਾਹ ਕਰ ਸਕਦਾ ਹੈ। ਜਿਹਨੇ ਜਿਹੜਾ ਹੈਗਾ ਸਟਾਰਟਿੰਗ ਪੁਆਇੰਟ ਤਾਂ ਇਹੀ ਹੈਗਾ। ਔਰ ਅੱਖਰਾਂ ਦੇ ਨਾਲ ਹੀ ਗਿਆਨ ਦੇ ਸਕਦੇ ਹਾਂ ਆਪਾਂ। ਗੀਤ ਜਿਹੜੇ ਹੈ, ਗੁਣ ਜਿਹੜੇ ਹੈਗੇ ਬਿਆਨ ਕਰ ਸਕਦੇ ਹਾਂ, ਗੁਣਾਂ ਨੂੰ ਵਿਚਾਰ ਸਕਦੇ ਹਾਂ ਅੱਖਰਾਂ ਦੇ ਨਾਲ। ਆਖਰੀ ਲਿਖਣ ਬੋਲਣ ਬਾਣ ਅੱਖਰਾਂ ਦੇ ਨਾਲ ਲਿਖ ਸਕਦੇ ਹਾਂ, ਬੋਲ ਸਕਦੇ ਹਾਂ। ਬਾਣੀ ਜਿਹੜੀ ਅੱਖਰਾਂ ਦੇ ਵਿੱਚ ਹੀ ਆਉਂਦੀ ਹੈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ, ਇਨਸਾਨ ਦੀ ਜੁੜੀ ਇਸੇ ਕਰਕੇ ਉੱਚੀ ਹੈ ਕਿਉਂਕਿ ਇਹ ਕੋ ਅੱਖਰ ਹੈਗੇ, ਹੋਰ ਕਿਸੇ ਜੁੜੀ ਕੋ ਅੱਖਰ ਨਹੀਂ ਹੈਗੇ। ਜਿਹੜਾ ਜੀਵ ਆ, ਜਿਹੜਾ ਮਾਨਸ ਜਨਮ ਇਸੇ ਲਈ ਦੁਰਲੱਭ ਕਿਹਾ ਗਿਆ ਕਿਉਂਕਿ ਇਹਦੇ ਕੋਲ ਭਾਸ਼ਾ ਹੈਗੀ। ਹੋਰ ਕਿਸੇ ਜਾਨਵਰ ਕੋਲ ਭਾਸ਼ਾ ਨਹੀਂ ਹੈਗੀ, ਨਾ ਕਿਸੇ ਪੰਛੀ ਕੋਲ ਭਾਸ਼ਾ ਹੈਗੀ। ਭਾਸ਼ਾ ਦੇ ਕਰਕੇ ਆਪਾਂ ਤਰੱਕੀ ਕਰ ਗਏ ਹਾਂ। ਜਿਹੜੇ ਸਾਡੇ ਬਜ਼ੁਰਗ ਸੀ, ਉਹਨਾਂ ਜੋ ਸਿੱਖਿਆ ਸਾਨੂੰ ਦੱਸ ਗਏ, ਅਸੀਂ ਗਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸੀ ਜਾ ਰਹੇ ਹਾਂ। ਇਸੇ ਕਰਕੇ ਸਾਡਾ ਜੀਵਨ ਉੱਚਾ ਹੋ ਰਿਹਾ। ਹੁਣ ਕੋਈ ਵੀ ਕੰਮ ਕਰਨਾ ਹੈ, ਜਿਹੜੇ ਸਾਡੇ ਅੰਦਰ ਵਿਚਾਰ ਜਾਂਦੇ ਉਹ ਵੀ ਅੱਖਰੀ ਨੇ। ਜੇਕਰ ਅਸੀਂ ਕੋਈ ਆਪਣੀ ਭਾਵਨਾ ਨੂੰ ਐਕਸਪ੍ਰੈਸ ਕਰਨਾ ਚਾਹੁੰਦੇ ਹਾਂ, ਉਹ ਵੀ ਅੱਖਰ ਨੇ। ਅੱਖਰਾਂ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਖਾਮੋਸ਼ ਹੋ ਜਾਏਗਾ, ਤਰੱਕੀ ਖਤਮ ਹੋ ਜਾਏਗੀ। ਠੀਕ ਹੈ ਨੀ ਸਾਹਿਬ? ਅੱਖਰਾਂ ਸੇ ਸੰਜੋਗ
जिन्हें लिखे तिस सिर नाहे, कहते जिस मालक परमात्मा ने भाषा बोली जिहड़ी है ये अखर लिखे आ, जिन्हें लिखे तिस सिर नाहे, ਉਹਦੇ सिर ਦੇ ਉੱਤੇ कोई लेख नहीं हैगी। सारी सृष्टि जिहड़ी सारे जीव जिहड़े हैगे ਉਹ ਜਿਹੜੇ ਹੈਗੇ ਉਹ ਲੇਖੇ ਦੇ ਵਿੱਚ ਹੈਗੇ ਸਾਰੇ ਦੇ ਸਾਰੇ, ਕਿਉਂਕਿ ਆਪਾਂ ਕਾਲ ਦੇ ਵਸ ਹੈਗੇ, ਆਪਣਾ ਸਮਾਂ ਨਿਰਧਾਰਿਤ ਹੈਗਾ। ਉਹਨੇ ਸਮੇਂ 'ਚ ਜੋ ਕੁਝ ਵੀ ਕਰਾਂਗੇ ਉਹਦਾ ਆਪਾਂ ਨੂੰ ਜਿਹੜੀ ਆ ਉਹਦੀ ਆਊਟਪੁੱਟ ਆਪਾਂ ਨੂੰ ਮਿਲਣੀ ਹੈ। ਪਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਲੇਖੇ ਤੋਂ ਬਾਹਰ ਹੈਗਾ, ਉਹਦਾ ਉਹ ਕਾਲ ਤੋਂ ਵੀ ਪਰੇ ਹੈਗਾ। ਹਾਂਜੀ ਵੀਰ ਜੀ। हाँ जी निजो साहब नहीं कोई ऐसा काम है। जिन्हें लिखे तिस सिर नाहे, कहते जिस मालक परमात्मा तो कोलों ये अखर आए आ पाई, ये सारिया बोलियां बाणियां ਜਿਹੜੀ आई है बाणी, कहते उस परमात्मा के सिर ते कोई लेख नहीं हैगा। वो लेखे तो वो समय तो वो काल तो परे हैगा। बाकी सारी दी सारी सृष्टि जिन्ने भी जीव हैगे सारे दे सारे लेख इस लेख दे अंदर लिखत दे संगत जी ਜਿਹੜੀ ਆਤਮਾ ਤੱਤ ਹੈਗੀ ਹੈ ਨਾ, हाँ जी वीर जी ਤੁਹਾਡੀ ਆਵਾਜ਼ ਬੰਦ ਹੋ ਗਈ। ਹਾਂਜੀ ਸਾਧ ਸੰਗਤ ਜੀ, ਪਰਮਾਤਮਾ ਜਿਹੜਾ ਹੈ ਨਾ, ਪਰਮਾਤਮਾ ਅੱਖਰਾਂ 'ਚ ਉਹਨੂੰ ਨਾ ਤੇ ਬਿਆਨ ਕਰ ਸਕਦੇ ਹਾਂ, ਉਹ ਅੱਖਰਾਂ ਤੋਂ ਰਹਿਤ ਹੈ, ਕਿਉਂਕਿ ਉਹ ਸ਼ਕਤੀ ਜਿਹੜੀ ਰੂਪ ਰੰਗ ਰੇਖ ਤੋਂ ਪਰੇ ਹੈ। ਜਿਹੜਾ ਸਾਡਾ ਵੀ ਜਿਹੜਾ ਹੋਣਾ ਭਾਵ आज थोड़े ज्यादा बिजी हैगे। हाँ जी निजो साहब, हाँ जी दोबारा बोल दो जी, सॉरी। हाँ कहते अखरी लिखण बोलण बाण, अखरां सिर संजोग वखाण, कहते लिखना बोलना बाणी ਜਿਹੜੀ ਸਾਰੀ ਅੱਖਰਾਂ ਦੇ ਵਿੱਚ ਆ, ਅੱਖਰਾਂ ਦੇ ਨਾਲ ਜਿਹੜਾ ਹੈਗਾ ਆਪਾਂ ਵਿਖਿਆਨ ਕਰ ਸਕਦੇ ਆ, ਬੋਲ ਸਕਦੇ ਆ। ਜਿਹੜਾ ਅੱਖਰਾਂ ਦੇ ਸੰਜੋਗ ਹੈਗੇ, ਅੱਖਰਾਂ ਦੇ ਵਿੱਚ ਹੀ ਜਿਹੜਾ ਹੈਗਾ ਸਾਰਿਆਂ ਦਾ ਜਿਹੜਾ ਹੈਗਾ ਸਾਰਿਆਂ ਦੇ ਜਿਹੜੇ ਹੈਗੇ ਭਾਗ ਜਿਹੜੇ ਹੈਗੇ ਮਾਲਕ ਪਰਮਾਤਮਾ ਵੱਲੋਂ ਜਿਹੜੇ ਹੈਗੇ ਕਰਮ ਲੇਖਾ ਸਾਰਾ ਅੱਖਰਾਂ ਦੇ ਵਿੱਚ ਹੀ ਹੈਗਾ ਸਾਰਾ। ਜਿਹਨੇ ਲਿਖੇ ਤਿਸ ਸਿਰ ਨਾਹੇ, ਕਹਿੰਦੇ ਜਿਸ ਜਿਹੜੇ ਮਾਲਕ, ਕਿਉਂਕਿ ਇੱਕ ਜਗ੍ਹਾ ਆਉਂਦਾ ਨਾ, ਦੇਖੋ ਆਪਾਂ ਜਪ ਬਾਣੀ 'ਚ ਪੜ੍ਹ ਕੇ ਆਏ ਆ ਸਭਨਾ ਲਿਖਿਆ ਬੁੜੀ ਕਲਾਮ, ਉਹ ਬੁੜੀ ਕਲਾਮ ਜਿਹੜੀ ਹੈਗੀ ਆ, ਉਹ ਜਿਹੜੀ ਕਲਮ ਜਿਹੜੀ ਚੱਲ ਰਹੀ ਹੈ ਮਾਲਕ ਪਰਮਾਤਮਾ ਦੀ, ਕਹਿੰਦੇ ਉਹ ਸਾਰਿਆਂ ਦੀ ਲਿਖਤ ਲਿਖ ਰਹੀ ਹੈ, ਪਰ ਪਰਮਾਤਮਾ ਜਿਹੜਾ ਹੈ ਉਸ ਲਿਖਤ ਦੇ ਵਿੱਚ ਨਹੀਂ ਹੈਗਾ। ਜਿਹਨੇ ਲਿਖੇ ਤਿਸ ਸਿਰ ਨਾਹੇ, ਉਹਦੇ ਸਿਰ ਤੇ ਕੋਈ ਅੱਖਰ ਨਹੀਂ ਹੈ, ਕੋਈ ਲੇਖਾ ਨਹੀਂ ਹੈਗਾ। ਜੇ ਫਰਮਾਏ ਤੇ ਉੱਤੇ ਪਾਹੇ, ਜਿਸ ਤਰ੍ਹਾਂ ਮਾਲਕ ਦਾ ਹੁਕਮ ਹੁੰਦਾ ਹੈ ਉਸੇ ਤਰੀਕੇ ਦੇ ਨਾਲ ਜਿਹੜੀ ਹੈ ਸਾਰੇ ਜੀਵ ਜਿਹੜੇ ਹੈਗੇ ਆ ਉਹਨਾਂ ਨੂੰ ਦਾਤਾਂ ਮਿਲਦੀਆਂ। ਹਾਂਜੀ ਵੀਰ ਜੀ ਸਹੀ ਹੈ ਸਾਧ ਸੰਗਤ ਜੀ, ਇਹ ਤੁਕ ਬੋਲ ਰਹੇ ਨੇ ਨਿੱਜਰ ਸਾਹਿਬ। ਅੱਖਰ ਲਿਖਣ ਬੋਲਣ ਬਾਣੀ ਬੋਲਣੀ ਹੈ ਨਾ ਨਿੱਜਰ ਸਾਹਿਬ। ਅਖਰੀ ਲਿਖਣ ਬੋਲਣ ਬਾਣ, ਅੱਖਰਾਂ ਦੇ ਨਾਲ ਲਿਖਣਾ ਬੋਲਣਾ ਤੇ ਬਾਣੀ ਜਿਹੜੀ ਅੱਖਰਾਂ ਦੇ ਨਾਲ ਹੀ ਆ ਸਾਰੀਆਂ ਬੋਲੀਆਂ। ਹਾਂਜੀ ਸਾਰੀ ਜਿਹੜੀ ਦੁਨੀਆ ਆਪਣੀ ਕੰਟਰੋਲ ਹੁੰਦੀ ਹੈ ਨਾ, ਇਹ ਅੱਖਰਾਂ ਦੇ ਸਿਰ ਤੇ ਹੈ। ਜੇ ਸਾਡੇ ਕੋਲ ਭਾਸ਼ਾ ਹੈ ਤੇ ਸਾਡਾ ਜੀਵਨ ਹੈ, ਜੇ ਸਾਡੇ ਤੋਂ ਭਾਸ਼ਾ ਖੋਈ ਜਾਵੇ ਤੇ ਸਾਰਾ ਕੰਮ ਰੁਕ ਜਾਣਾ, ਇਹ ਸਭ ਕੁਝ ਸਟਾਪ ਹੋ ਜਾਏਗਾ। ਜਿਹੜੀ ਭਾਸ਼ਾ ਦੇ ਸਿਰ ਤੇ ਸਾਰਾ ਕੁਝ ਚੱਲਣ ਦਿਆ, ਜਿੰਨਾ ਕਾਗਜ਼ਾਂ 'ਚ ਲਿਖਿਆ ਜਾ ਰਿਹਾ, ਜੋ ਸਾਡਾ ਲੇਖਾ ਜੋਖਾ ਹੈ, ਜੇ ਅਸੀਂ ਸਫ਼ਰ ਕਰਦੇ ਹਾਂ, ਉਹ ਅੱਖਰਾਂ ਦੇ ਉੱਤੇ ਕੀਤਾ ਜਾ ਰਿਹਾ, ਅੱਖਰਾਂ ਤੇ ਸਾਡਾ ਨਾਂ ਲਿਖਿਆ ਜਾਂਦਾ ਹੈ। ਤੇ ਇਹ ਅੱਖਰ ਹੀ ਇੱਕ ਐਸੀ ਚੀਜ਼ ਹੈ ਜਿਹਦੇ ਕਰਕੇ ਇਹ ਸੰਸਾਰ ਜਿਹੜਾ ਵੱਧ ਫੁੱਲ ਰਿਹਾ ਹੈ ਇਨਸਾਨ ਦਾ। ਠੀਕ ਹੈ ਨਿੱਜਰ ਸਾਹਿਬ? ਹਾਂਜੀ। ਜਿਹਨੇ ਲਿਖੇ ਅੱਖਰਾਂ ਸਿਰ ਸੰਜੋਗ ਵਖਾਣ, ਅੱਖਰਾਂ ਦੇ ਨਾਲ ਆ ਸੰਜੋਗ ਜਿਹੜੇ ਹੈਗੇ ਚੰਗੇ ਭਾਗ ਜਾਂ ਮੰਦੇ ਭਾਗ ਜਿਹੜੇ ਹੈਗੇ
ਉਹਨਾਂ ਨੂੰ ਜਿਹੜਾ ਹੈਗਾ ਉਹ ਵੀ ਅੱਖਰਾਂ ਦੇ ਸਿਰ ਦੇ ਉੱਤੇ ਹੀ ਹੈਗੇ ਪਾਏ, ਅੱਖਰਾਂ ਦੇ ਸਿਰ ਤੇ ਹੀ ਜਿਹੜੇ ਹੈਗੇ ਉਹ ਲਿਖਤੇ ਆ ਹਰੇਕ ਦੇ ਸਿਰ ਦੇ ਉੱਤੇ, ਹਰੇਕ ਜਿਹੜਾ ਹੈਗਾ ਉਹ ਲਿਖਤ ਦੇ ਅਨੁਸਾਰ ਜਿਹੜਾ ਹੈਗਾ ਆਪਣੀ ਯਾਤਰਾ ਕਰਦਾ ਹੈ। जिन्हें लिखे तिस सिर नाहे, जिस मालक परमात्मा ने ये सारी अखर लेख जेड़े सारा जिहड़ा हैगा लेखा जोखा जिस मालक परमात्मा ने लिखिया आ, कहंदे ओहदे सिर दे उत्ते कोई लेख नहीं हैगा, कोई अखर नहीं हैगा ओहदे सिर दे उत्ते, मालक परमात्मा दे सिर दे उत्ते। हाँ जी वीर, हाँ जी बिल्कुल ठीक है। साध संगत जी कहंदे कि अखरां दे नाल ही बंदे दा लेखा लिखिया जांदा है। हाँ, और ਅੱਖਰਾਂ ਦੇ ਵਿੱਚ ਜਿਹੜਾ ਲੇਖਾ ਲਿਖਿਆ ਜਾਂਦਾ ਉਹੀ ਬੰਦੇ ਨੂੰ ਭੁਗਤਣਾ ਪੈਂਦਾ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ, ਕਿਉਂਕਿ ਬਾਣੀ ਕਹਿੰਦੀ ਹੈ ਵੀਰ ਜੀ ਸਭਨਾ ਲਿਖਿਆ ਬੁੜੀ ਕਲਾਮ, ਕਹਿੰਦੇ ਉਹ ਕਲਮ ਪਰਮਾਤਮਾ ਦੀ ਜਿਹੜੀ ਹੈਗੀ ਬੁੜੀ ਮਤਲਬ ਜਿਹੜੀ ਚੱਲੀ ਜਾ ਰਹੀ ਹੈ ਕਲਮ, ਐਸੀ ਕਲਮ ਹੈ ਜਿਹਦੀ ਪਤਾ ਨਹੀਂ ਕਿੰਨੀ ਖਿਚਾਈ ਹੈ, ਕਿੰਨਾ ਕੁ ਲੇਖਾ ਹੈ, ਕਿੰਨੇ ਕੁ ਅੱਖਰ ਹੈਗੇ, ਉਹ ਖਤਮ ਹੀ ਨਹੀਂ ਹੋ ਰਿਹਾ, ਔਰ ਕਿੰਨਾ ਸਾਰੀ ਸ੍ਰਿਸ਼ਟੀ ਨੂੰ ਕਿਵੇਂ ਕੰਟਰੋਲ ਕਰ ਰਿਹਾ ਹੈ ਉਹ ਕੋਈ ਪਤਾ ਨਹੀਂ ਆਪਾਂ, ਪਰ ਉਹਦੇ ਸਿਰ ਤੇ ਕੋਈ ਅੱਖਰ ਨਹੀਂ ਹੈਗਾ। ਬਿਲਕੁਲ बिल्कुल ठीक है साध संगत जी। ये जो ब्रह्मांड है ना ये भी मैथमेटिकली कैलकुलेशन है सारी। हाँ, ये धरती दा उसकी स्पीड ये भी अखरां दे सिर ते ही है, ये मैथ दे नाल ही कंट्रोल हो रहा है सारा कुछ। ਜਿਹੜੇ मोबाइल कंप्यूटर चलते इन्हां अंदर ही ते मैथ ही हैगा सारा। बिल्कुल, हाँ बिल्कुल जी, ਜਿਹੜਾ सॉफ्टवेयर है वो मैथ ही है। हाँ, गगनदीप जी कुछ बोलना चाहते तुसी? गगनदीप जी थोड़ा माइक खुल गया। चलो हाँ जी बेटी, मैं बंद कर देना। हाँ जी, जेता कीता। हाँ जी निजे साहब अगली तो को बोलो। गगनदीप जी तुसी माइक बंद कर। मैं करता जी, मैं करता। जेता कीता तेता नाव, कहंदे उस मालक परमात्मा ने जिन्नी भी रचना कीती है, जिन्नी भी सृष्टि जो कुछ भी बनाया मालक परमात्मा ने, कहंदे उहदे कोल नाम हैगा पाए, नाम दी पावर आ, वो ओहदी मालक दी नाम, वो नामी दे कोल नाम वाली शक्ति हैगी है। जेता कीता तेता नाव, जो कुछ भी हैगा, जो भी कुछ दिस रहा है, कोई तुर रहा है, कोई स्टेशनरी हैगा, जो भी रचना मालक परमात्मा दी हैगी आ, जो भी आकार हैगा निराकार दा, कहंदे सारा दा सारा पाए ये नाम दे नाल सारा जिहड़ा हैगा आपां नूं नज़र आ रहा है, और इहदे हुक्म दे विच सारी कार हो रही है। सूरज चंद तारे धरती जो कुछ भी दिस रहा है, पानी हवा अग जो कुछ भी हैगा सारा दा सारा उस परमेश्वर दे नाम दे नाल बन्निया होया है। ये नाम दे सूत दे विच सारा दा सारा परोया होया है। ये शक्ति जिहड़ी हैगी परमेश्वर दा नाम हैगा, प्राण शक्ति परमेश्वर दा नाम हैगा। जेता कीता तेता नाम, विन नाम है ना ही को थाओ, कहंदे उस नाम तो बगैर, उस मालक परमात्मा तो नाम और नामी अपेद हैगे, उस तो बगैर कोई थां नहीं हैगा, कोई थां नहीं हैगी उस तो अलावा। हाँ जी बेटी, हाँ जी ठीक है जी। चेता कीता तेता नाम, विन नाम है ना ही कोई थां, जो वो शक्ति ने बनाया है। हाँ राइट, बिल्कुल, ਉਹਦਾ ਹੀ ਨਾਮ, ਉਹਦਾ ਹੀ ਤੇ ਪਸਾਰਾ ਹੈਗਾ ਪਰਮਾਤਮਾ ਦਾ ਹੀ, ਔਰ ਇੰਨਾ ਵੱਡਾ ਪਸਾਰਾ ਹੈ ਨਿਜਰ ਸਾਹਿਬ, ਇਹਦਾ ਕੋਈ ਕੈਲਕੂਲੇਸ਼ਨ ਕਰਨਾ ਪੋਸੀਬਲ ਨਹੀਂ ਹੈਗਾ। ਇੱਕ ਤੇ ਨਿਜਰ ਸਾਹਿਬ ਮੈਂ ਇਹ ਆਪ ਜਸਟ ਸੋਚੋ, ਮੈਂ ਇੱਕ ਛੋਟੀ ਜਿਹੀ ਗੱਲ ਕਰਦਾ, ਕੀੜੇ ਮਕੌੜੇ ਹੋਰ ਜਨਸੰਖਿਆ ਜਾਤੀਆਂ ਦਾ ਤੇ ਹਿਸਾਬ ਲਾਉਣਾ ਤੇ ਬੜੀ ਵੱਡੀ ਗੱਲ ਆ। ਅਜੇ ਤੱਕ ਸਾਡੇ ਕੋਲ ਕਿੰਨੀਆਂ ਧਰਤੀਆਂ ਉਹ ਨਹੀਂ ਗਿਣੀਆਂ ਗਈਆਂ, ਕਿੰਨੇ ਤਾਰੇ ਨੇ, ਕਿੰਨੀ ਟੈਕਨੋਲੋਜੀ ਆ ਆਪਣੇ ਕੋਲ, ਕਿਤੇ ਕਿਤੇ ਸੈਟਲਾਈਟ ਜਾ ਚੁੱਕੇ ਨੇ। ਆਪਾਂ ਪਹਿਲਾਂ ਚੰਦਰਮਾ ਤੇ ਗਏ ਆ, ਇੱਕ ਹੁਣ ਦੂਜਾ ਗ੍ਰਹਿ ਉੱਥੇ ਜਾ ਸਕੇ, ਉੱਥੇ ਗਏ ਨਹੀਂ, ਕੇਵਲ ਮਸ਼ੀਨ ਹੀ ਗਈ ਹੈ ਜੀ। ਇਹ ਸਭ ਤੋਂ ਲਾਗੇ ਨੇ, ਤੇ ਚੰਦਰਮਾ ਕੁਝ 3 ਲੱਖ ਕਿਲੋਮੀਟਰ ਹੈ ਸਮਥਿੰਗ, ਤੇ ਦੂਜੇ ਪਤਾ ਹੀ ਨਹੀਂ ਕਿੰਨੇ ਕੁ ਦੂਰ ਨੇ, ਇੰਨੇ ਜ਼ਿਆਦਾ ਦੂਰ ਨੇ ਉਹ ਪਰਮਾਤਮਾ। ਹਾਂਜੀ मैं कह रहा सीगा कि
ਮੇਰੇ ਖਿਆਲ 5ਵੀਂ ਪਾਤਸ਼ਾਹੀ ਦਾ ਸ਼ਬਦ ਹੈਗਾ, ਉਹਦੇ ਵਿੱਚ ਆਉਂਦਾ ਹੈ, ਦੇਖੋ ਸੁਖਮਨੀ ਸਾਹਿਬ ਦੇ ਵਿੱਚ ਹੀ ਆਉਂਦਾ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ के धारे सिमरत वेद पुराण, नाम के धारे सुनन ज्ञान ध्यान, नाम के धारे आकाश पताल, नाम के धारे सगल आकार, नाम के धारे पुरियां सब पवन, नाम कह धारे उदरे सुन सरवन, कर कृपा जिसे अपने नाम लाए, नानक चौथे पद में सो जन गत पाए। आ देख लो भाई, नाम की शक्ति, नाम दे नाल सारी रचना, सारे नाम का आसरा, धारे मतलब नाम का आसरा है सारिਆਂ ਦੇ ਨਾਲ। ਤੇ ਨਾਮ ਇਹ ਨਾਮ ਜਿਹੜਾ ਹੈਗਾ, ਇਹਦੇ ਵਾਸਤੇ ਆਪਾਂ ਆਏ ਹਾਂ ਦੁਨੀਆ ਦੇ ਵਿੱਚ, ਇਹ ਨਾਮ ਨੂੰ ਪ੍ਰਗਟ ਕਰਨ ਦੇ ਵਾਸਤੇ ਆਪਾਂ ਆਏ ਹਾਂ ਦੁਨੀਆ ਦੇ ਵਿੱਚ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ, ਠੀਕ ਹੈ। ਨਾਮ ਤੋਂ ਬਿਨਾ ਜੀ ਜੱਗ ਕਹਿੰਦੇ ਬਰਾਨਾ ਵਾ। ਜੇਕਰ ਮਨੁੱਖਾ ਜੀਵਨ ਮਿਲਿਆ ਹੈ और जेकर इंसान अपनी आत्मा नूं जाने बिना इस संसार को जाता है, वो एडी वड्डी हार है निज्जर साहब, ਉਹਦੇ ਵਰਗੀ दुनिया ते हार कोई नहीं। बेशक मैं ये कहना कि बाणी च समझाया गया, एक घर घट बन जे, छोटा बन जे, कोई फर्क नहीं पैंदा, पर जिहड़ा बंदा नाम तो बिना इस संसार को जाता है ना, वो जुआ हार के गया। बेशक तुहाडे जीवन च तुसीं सुख सहूलतां नहीं प्राप्त कीतियां, उन्हें महल नहीं बनाए, उन्हें फैक्ट्रियां नहीं बनाइया, वो मासा भी घाटा नहीं है। जेकर आप नाम तो बिना इस संसार को जाने हैं निज्जर साहब, एडा वड्डा घाटा वा। हाँ जी निज्जर साहब अगे बोलिए। ਅੱਗੇ ਤਾਂ ਇਹੀ ਗੱਲ ਕਹਿ ਰਹੇ ਆ ਜੋ ਆਪਾਂ ਗੱਲ ਕਰ ਰਹੇ ਹਾਂ, ਜੋ ਤੁਸੀਂ ਕਹਿਤਾ ਵੀ ਨਾਮ ਤੋਂ ਬਗੈਰ ਘਾਟਾ ਆ, ਉਹੀ ਗੱਲ ਮਹਾਰਾਜ ਕਹਿ ਰਹੇ ਆ। ਕਹਿੰਦੇ ਕੁਦਰਤ ਕਵਣ ਕਹਾਂ ਵਿਚਾਰ, ਕਹਿੰਦੇ ਇਹ ਸ੍ਰਿਸ਼ਟੀ ਜਿਹੜੀ ਹੈਗੀ, ਇਹਨੂੰ ਮੈਂ ਕਿਸ ਤਰ੍ਹਾਂ ਵਿਚਾਰ ਕਰਾਂ, ਇਹਨੂੰ ਮੈਂ ਕਿਵੇਂ ਬਿਆਨ ਕਰਾਂ, ਇਹ ਕਿੰਨੀਆਂ ਕੁ ਬੋਲੀਆਂ ਹੈ, ਕਿੰਨੇ ਕੁ ਜੀਵ ਹੈਗੇ, ਕਿੰਨਾ ਕੁ ਕੀ ਹੈਗਾ। ਕਹਿੰਦੇ ਇਸ ਦੇ ਬਾਰੇ ਜਿਹੜਾ ਤੇਰੀ ਸ੍ਰਿਸ਼ਟੀ ਜਿਹੜੀ ਆ, ਕਿੰਨੀਆਂ ਧਰਤੀਆਂ ਹੈ, ਕਿੰਨੇ ਕੀ ਆਕਾਸ਼ ਹੈਗੇ। ਕੁਦਰਤ ਕਵਣ ਕਹਾਂ ਵਿਚਾਰ, ਮੈਂ ਨਹੀਂ ਵਿਚਾਰ ਕਰ ਸਕਦਾ ਇਹਦਾ, ਕਿਸ ਤਰ੍ਹਾਂ ਇਹਦਾ ਵਿਚਾਰ ਕਰਾਂ। ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਤਾਂ ਜਿਹੜਾ ਕੰਮ ਹੈਗਾ, ਜਿਹੜਾ ਨਾਮ ਜਿਹੜਾ ਹੈਗਾ, ਜਿਹਦੇ ਵਾਸਤੇ ਦੁਨੀਆ ਦੇ ਵਿੱਚ ਮੈਂ ਇਨਸਾਨ ਦੀ ਜੂਨ ਦੇ ਵਿੱਚ ਆਇਆ, ਮੈਂ ਉਹ ਕੰਮ ਤਾਂ ਕਰ ਨਹੀਂ ਪਾ ਰਿਹਾ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਜੋ ਤੈਨੂੰ ਭਾਉਂਦੀ ਆ ਮਾਲਕਾ, ਉਹੀ ਭਲਾ ਕੰਮ ਆ, ਮੈਂ ਤਾਂ ਇਸੇ ਕੰਮ ਦੇ ਵਿੱਚ ਲੱਗ ਜਾਵਾਂ, ਇਹੀ ਮੇਰੀ ਭਲਾਈ ਹੈਗੀ ਭਾਈ। ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਕਰਕੇ ਮਾਲਕਾ ਮੈਂ ਤਾਂ ਤੈਨੂੰ ਸਲਾਮ ਕਰਦੇ ਰਵਾਂ, ਤੇਰੀ ਸਲਾਮ ਦੇ ਵਿੱਚ ਜੁੜ ਜਾਵਾਂ, ਬਸ ਇਹੀ ਮੇਰੇ ਉੱਤੇ ਕਿਰਪਾ ਕਰ ਦੇ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਸਾਧ ਸੰਗਤ ਜੀ, ਜਿਹੜੀ ਬਾਣੀ ਦੇ ਵਿੱਚ ਆਪਾਂ ਨੂੰ ਇਹ ਸਮਝਾਇਆ ਗਿਆ, ਬਾਕੀ ਜਦੋਂ ਇਹ ਉਦੋਂ ਨਾ ਸਮੇਂ ਦੇ ਵਿੱਚ ਨਾ ਲੋਕੀ ਕੈਲਕੂਲੇਸ਼ਨ ਬਹੁਤ ਕਰਦੇ ਸੀ, ਇੰਨੀਆਂ ਧਰਤੀਆਂ ਵਾ, ਧਰਤੀ ਗੋਲ ਆ, ਚੌੜੀ ਆ, ਵੱਡੀ ਆ, ਛੋਟੀ ਆ, ਜਾਂ ਇੰਨੇ ਗ੍ਰਹਿ ਨੇ। ਇਹ ਜਿਹੜੀ ਉਸ ਸਮੇਂ ਤੇ ਚੀਜ਼ ਸਮਝਾਈ ਗਈ ਸੀ ਕਿ ਗੁਰੂਆਂ ਨੇ ਫਿਰ ਬਾਣੀ ਦਾ ਸਾਫ ਉਚਾਰਨ ਕੀਤਾ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅਸੰਖ ਨੇ, ਇਹਦਾ ਅੰਤ ਨਹੀਂ ਹੈਗਾ। ਜੇਕਰ ਆਪਾਂ ਕੋਈ ਇਹਨੂੰ ਫਿਕਰ ਦੇ ਦਿੰਦੇ ਨਾ ਕਿ ਇੰਨੇ ਹੈਗੇ ਨੇ, ਇੰਨੇ ਲੱਖ ਹੈਗੇ ਨੇ, ਉਹ ਅਸੀਂ ਕਹਿ ਸਕਦੇ ਹਾਂ ਕਿ ਇੰਨਾ ਹੈਗਾ। ਇਹਦਾ ਮਤਲਬ ਨਹੀਂ ਕਿ ਸਾਡੇ ਕਹਿਣ ਦੇ ਨਾਲੋਂ ਗੱਲ ਖਤਮ ਹੋ ਗਈ ਹੈ, ਬਸ ਇਹ ਹੈ ਕਿ ਸਾਡੀ ਉੱਥੇ ਪਹੁੰਚ ਨਹੀਂ ਹੈਗੀ। ਜਿੱਦਾਂ ਇਨਸਾਨ ਨੂੰ ਇੱਕ ਚੰਗਾ ਲੱਗਦਾ, ਕਿਸੇ ਚੀਜ਼ ਦਾ ਨਾਂ ਦੇ ਦਿੰਦਾ, ਇਹ ਕੁੱਤਾ ਵਾ, ਬਿੱਲੀ ਆ, ਗੱਲ ਖਤਮ ਹੋ ਗਈ, ਜਾਨ ਛੁੱਟ ਗਈ। ਬਟ ਕੀ ਕੁੱਤਾ ਬਿੱਲੀ ਕਹਿਣ ਦੇ ਨਾਲ ਮਸਲਾ ਹੱਲ ਹੋ ਜਾਂਦਾ ਹੈ? ਨਹੀਂ। ਉੱਥੇ ਪਰਮਾਤਮਾ ਜਾਣਦਾ ਹੈ ਨਾ ਕਿ ਕਿੱਦਾਂ ਸਿਸਟਮ ਚੱਲਣ ਡਿਆ, ਜਾਂ ਪੀੜੀ ਕਿੱਦਾਂ ਜੀਵਨ ਚਲਾ ਰਹੀ ਹੈ, ਉਹਦੇ ਬਾਰੇ ਆਪਾਂ ਕੁਛ ਵੀ ਨਹੀਂ ਕਹਿ ਸਕਦੇ, ਔਰ ਇੱਥੋਂ ਤੱਕ ਕਿ ਸਾਇੰਟਿਸਟ ਵੀ ਨਹੀਂ ਕਹਿ ਸਕਦੇ। ਔਰ ਇਹ ਪਰਮਾਤਮਾ ਦੀ ਰਚਨਾ ਹੈ, ਔਰ ਉਹ ਕਿੱਦਾਂ ਇਹ ਸਿਸਟਮ ਚਲਾ ਰਿਹਾ ਹੈ, ਇਹ ਉਹ ਵੀ ਜਾਣਦਾ ਹੈ। ਔਰ ਜੇ ਕੋਈ ਕਹਿੰਦਾ ਹੈ ਕਿ ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ, ਠੀਕ ਹੈ ਨਾ ਜੀ ਸਾਹਿਬ? ਹਾਂਜੀ। ਤੇ ਮਹਾਰਾਜ ਇਹੀ ਗੱਲ ਕਹਿ ਰਹੇ, ਕਹਿੰਦੇ ਕੁਦਰਤ ਕਵਣ ਕਹਾਂ ਵਿਚਾਰ, ਮੈਂ ਕਹਿ ਰਿਹਾ ਤੇਰੀ ਕੁਦਰਤ ਦੀ ਵਿਚਾਰ ਮੈਂ ਕਿਸ ਤਰੀਕੇ ਦੇ ਨਾਲ ਕਰਾਂ। ਵਾਰਿਆ ਨਾ ਜਾਵੇਂ ਇੱਕ ਵਾਰ, ਮੈਂ ਤਾਂ ਜਿਹੜਾ ਹੈਗਾ, ਜਿਹੜਾ ਕੰਮ ਤੂੰ ਕਹਿ ਰਿਹਾ ਆ, ਉਹ ਕੰਮ ਤਾਂ ਮੈਂ ਇੱਕ ਵਾਰੀ ਵੀ ਨਹੀਂ ਕਰ ਪਾ ਰਿਹਾ। ਜੋ ਤੁਧ ਭਾਵੈ ਸਾਈ ਭਲੀਕਾਰ,
इस करके मालका जो तैनू चंगा लगता है मैं उही काम करना आ, उही भली कार आ मेरे वास्ते। जो तुध भावै, जो तुध भावै साई भली कार। तू सदा सलामत निरंकार, तू हमेशा ही सलामत हैगा आ, अविनाशी हैगा आ। मैनू तेरी भगती करनी चाहिए आ, मैं तो तेरी भगती तैनू ही सलाम करूँगा। हाँ जी ਅੱਜ ਠੀਕ ਹੈ ਜੀ। ਹੁਣ ਸੰਗਤ ਜੀ ਪਰਮਾਤਮਾ ਨੂੰ ਤੇ ਭਾਉਂਦਾ ਹੋਈ ਆ ਕਿ ਅਸੀਂ ਮਨ ਤੋਂ, ਚਿੱਤ ਤੋਂ, ਬੁੱਧੀ ਤੋਂ ਅੱਗੇ ਚੱਲ ਜਾਈਏ, ਆਤਮਾ ਚ ਸੁਰਤੀ ਲੈ ਕੇ ਉੱਥੇ ਸ਼ਾਂਤੀ ਚ ਪਰੇ ਚਲੇ ਜਾਈਏ। ਪਰਮਾਤਮਾ ਇਹਦੇ ਚਾਹੁੰਦਾ ਹੈ ਕਿ ਤੁਸੀਂ ਭਗਤੀ ਕਰੋ। ਹੁਣ ਦੇਖੋ ਆਮ ਲੋਕ ਕਰਦੇ ਨੇ, ਤੁਸੀਂ ਵੇਖਿਆ ਹੋਣਾ ਲੋਕੀ ਕੀ ਕਰਦੇ ਆ ਕਿ ਵਿਰਾਗ ਨੂੰ ਧਾਰਦੇ ਨੇ, ਕਈ ਲੋਕ ਬ੍ਰਹਮਚਰਜ ਨੂੰ ਧਾਰਦੇ ਨੇ। ਅਸਲ ਦੇ ਵਿੱਚ ਜਿਹੜਾ ਵਿਰਾਗ ਜਾਂ ਬ੍ਰਹਮਚਰਜ ਆ ਨਾ, ਬ੍ਰਹਮਚਾਰੀ ਜਿਹਨੂੰ ਕਹਿ ਦਿੰਦੇ ਨੇ ਲੋਕ, ਜਿਹੜੇ ਵਿਆਹ ਨਹੀਂ ਕਰਾਉਂਦੇ, ਇਹ ਇੱਕ ਕਾਰਨ ਦੀ ਚੀਜ਼ ਨਹੀਂ ਹੈਗੀ। ਇਹ ਤੇ ਭਗਤੀ ਦੇ ਫੁੱਲ ਨੇ। ਜਦੋਂ ਆਪਾਂ ਭਗਤੀ ਕੀਤੀ, ਜਦੋਂ ਆਪਾਂ ਸਮਾਧੀ ਚ ਪ੍ਰਵੇਸ਼ ਕੀਤਾ, ਜਦੋਂ ਤੁਸੀਂ ਨਿਰਵਿਚਾਰ ਸਮਾਧੀ ਚ ਪ੍ਰਵੇਸ਼ ਕਰਦੇ ਹੋ ਨਾ, ਇਹ ਦੋ ਚੀਜ਼ਾਂ ਤੁਹਾਡੇ ਜੀਵਨ ਚ ਆਪਣੇ ਆਪ ਹੀ ਆ ਜਾਣੀਆਂ। ਇੱਕ ਬ੍ਰਹਮਚਰਜ, ਬ੍ਰਹਮਚਾਰੀ, ਦੂਜਾ ਹੈਗਾ ਵਾ ਵਿਰਾਗ। ਵਿਰਾਗ ਦਾ ਮਤਲਬ ਇਹ ਨਹੀਂ ਕਿ ਆਪਾਂ ਸੰਸਾਰ ਦੇ ਵਿੱਚ ਕਹਿਣਾ ਵਾ ਕਿ ਆਹ ਨਹੀਂ ਚਾਹੀਦਾ, ਉਹ ਨਹੀਂ ਚਾਹੀਦਾ। ਵਿਰਾਗ ਦਾ ਮਤਲਬ ਸੰਸਾਰ 'ਚ ਬੰਦਾ ਰਹਿੰਦਾ ਹੈ, ਪਰ ਬੰਦੇ ਦੀ ਅਵਸਥਾ ਜਿਹੜੀ ਕਮਲ ਦੇ ਫੁੱਲ ਵਰਗੀ ਹੋ ਜਾਂਦੀ ਹੈ, ਔਰ ਬੰਦਾ ਸੰਸਾਰ ਤੋਂ ਉੱਠ ਜਾਂਦਾ ਹੈ। ਜੇ ਤੁਸੀਂ ਲਗਾਤਾਰ ਸਾਲ, 1.5 ਸਾਲ ਸਾਧਨਾ ਕਰਦੇ ਹੋ ਨਾ, ਤੇ ਤੁਹਾਡੇ ਅੰਦਰ ਕਾਫੀ ਉੱਚੀ ਅਵਸਥਾ ਬਣ ਜਾਣੀ ਹੈ। ਔਰ ਉਹ ਅਵਸਥਾ ਜਿਹੜੀ ਹੈਗੀ ਆ, ਉਹ ਉਹਨਾਂ ਚਿਰ ਤੱਕ ਪੈਦਾ ਨਹੀਂ ਹੁੰਦੀ ਜਿੰਨਾ ਚਿਰ ਤੱਕ ਸਾਡੀ ਸੁਰਤੀ ਆਤਮਾ ਤੱਕ ਲੀਨ ਨਹੀਂ ਹੁੰਦੀ। ਹਾਂਜੀ ਨਿਜਰ ਸਾਹਿਬ ਬਿਲਕੁਲ ਠੀਕ ਹੈ ਜੀ। ਤੇ ਉਹੀ ਮਹਾਰਾਜ ਕਹਿ ਰਹੇ, ਕਹਿੰਦੇ ਕਿ ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਚੰਗੀ ਲੱਗਦੀ ਹੈ, ਜੋ ਤੈਨੂੰ ਕਾਰ ਚੰਗੀ ਲੱਗਦੀ ਆ, ਮੈਂ ਤਾਂ ਉਹੀ ਸਾਨੂੰ ਕਰਨੀ ਚਾਹੀਦੀ ਆ। ਇਹੀ ਮਹਾਰਾਜ ਕਹਿ ਰਹੇ ਆ। ਅੱਗੇ ਜਿਹੜਾ ਹੈਗਾ ਇਹ ਕਾਰ ਦੇ ਬਾਰੇ ਹੁਣ ਦੱਸ ਰਹੇ ਭਾਈ। ਇਸ ਤੋਂ ਅਗਲਾ ਅੰਕ ਆ ਗਿਆ, ਭਰੀਏ ਹੱਥ ਪੈਰ ਤਨ ਦੇ। ਐਗਜ਼ਾਮਪਲ ਦੇ ਕੇ ਦੱਸ ਰਹੇ ਮਹਾਰਾਜ ਵੀ ਨਾਮ ਜਿਹੜਾ ਹੈਗਾ ਦੇਖ ਲਾ, ਇਹ ਨਾਮ ਦੇ ਨਾਲ, ਨਾਮ ਵਾਲਾ ਸਾਬਣ ਜੇ ਲਾਏਗਾ ਤੇ ਤੇਰੀ ਪਾਪਾਂ ਦੇ ਜਿਹੜੀ ਮੱਤ ਹੈਗੀ, ਤੇਰੇ ਜਿਹੜੇ ਹੈਗੇ ਤੇਰੇ ਸੰਸਕਾਰ ਮਾੜੇ ਜਿਹੜੇ ਹੈਗੇ, ਤੇਰੇ ਅੰਦਰ ਆਦਤਾਂ ਪਈਆਂ ਆ, ਤੇਰੇ ਅੰਦਰ ਜਿਹੜੀਆਂ ਹੈਗੀਆਂ ਅਮਲ ਐਸੇ ਆ, ਤੇਰੇ ਭੈੜੇ ਅਮਲ ਹੈਗੇ ਕਿ ਅਚਨਚੇਤ ਸੁਤੇ ਸੁਭਾਅ ਜਿਹੜਾ ਹੈਗਾ ਤੂੰ ਇਸ ਮਾਇਆ ਦੇ ਵਿੱਚ ਜਿਹੜਾ ਹੈਗਾ, ਇਸ ਵਿਕਾਰਾਂ ਦੇ ਵਿੱਚ ਜਿਹੜਾ ਹੈਗਾ, ਇਸ ਜਿਹੜੇ ਹੈਗੇ ਇਹ ਜੋ ਮਾਲਕ ਪਰਮਾਤਮਾ ਨੇ ਜ਼ਹਿਰ ਪਾਈ ਹੋਈ ਆ, ਇਹਦੇ ਵਿੱਚ ਜਿਹੜਾ ਹੈਗਾ ਤੂੰ ਬਾਰ-ਬਾਰ ਇਸ ਜ਼ਹਿਰ ਨੂੰ ਜਿਹੜਾ ਹੈਗਾ ਖਾਣਾ ਹੈ, ਔਰ ਇਹਦੇ ਜ਼ਹਿਰ ਦੇ ਨਾਲ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਆਤਮਿਕ ਤੌਰ ਦੇ ਉੱਤੇ ਪੂਰਾ ਮੁਰਦਾ ਪਿਆ ਰਹਿਣਾ ਹੈ। ਕਹਿੰਦੇ ਦੇਖ, ਜਿਵੇਂ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰਸ ਕੇ। ਜਿਵੇਂ ਹੱਥ ਪੈਰ ਤਨ ਸਰੀਰ ਜਿਹੜਾ ਹੈਗਾ ਇਹ ਮੈਲੇ ਹੋ ਜਾਂਦੇ ਆ, ਮੈਲ ਲੱਗ ਜਾਂਦੀ ਆ, ਤੇ ਪਾਣੀ ਦੇ ਧੋਣ ਦੇ ਨਾਲ ਜਿਹੜਾ ਹੈਗਾ ਇਹ ਮਿੱਟੀ ਜਿਹੜੀ ਹੈ ਉਤਰ ਜਾਂਦੀ ਹੈ, ਧੂੜ ਮਿੱਟੀ ਉਤਰ ਜਾਂਦੀ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਥ ਹੋਏ। ਦੇਖ ਕੱਪੜੇ ਜਿਹੜੇ ਹੈਗੇ ਮੂਤ ਪਲੀਤ ਦੇ ਨਾਲ ਗੰਦੇ ਹੋ ਜਾਂਦੇ ਆ। ਬੱਚੇ ਜਿਹੜਾ ਪੋਟੀ ਕਰ ਦਿੰਦਾ ਹੈ, ਪਿਸ਼ਾਬ ਕਰ ਦਿੰਦਾ, ਹੋਰ ਗੰਦਗੀ ਆ ਜਾਂਦੀ ਹੈ। ਕਹਿੰਦੇ ਸਾਬਣ ਦੇ ਨਾਲ ਵਧੀਆ ਤਰੀਕੇ ਦੇ ਨਾਲ ਧੋ ਲਓ, ਫਿਰ ਦੁਬਾਰਾ ਰੀਯੂਜ਼ ਕਰ ਸਕਦੇ ਆ, ਉਹਨੂੰ ਪਵਿੱਤਰ ਹੋ ਜਾਂਦਾ ਹੈ ਕੱਪੜਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਥ ਹੋਏ। ਭਰੀਏ ਮਤ ਪਾਪਾਂ ਕੈ ਸੰਗ। ਦੇਖ ਤੇਰੀ ਮੱਤ ਜਿਹੜੀ ਹੈਗੀ ਮਾਇਆ ਦੇ ਵਿੱਚ ਚੱਲ ਚੱਲ ਕੇ, ਜੇ ਹੁਣ ਭਗਤੀ ਕਰਨਾ ਚਾਹੁੰਦਾ ਹੈ ਤੇ ਮੱਤ ਜਿਹੜੀ ਹੈ ਮਾਇਆ ਦੇ ਵਿੱਚ ਭਰੀ ਹੋਈ ਹੈ, ਤੇ ਉਹਨੂੰ ਹੋਰ ਕੋਈ ਤਰੀਕਾ ਨਹੀਂ ਹੈ, ਹੋਰ ਕੋਈ ਸਾਬਣ ਨਹੀਂ ਲੱਗਣਾ, ਉਹਨੂੰ ਹੋਰ ਕੋਈ ਤਰੀਕੇ ਦੇ ਨਾਲ ਜਿਹੜੇ ਤੇਰੇ ਸੰਸਕਾਰ ਨਹੀਂ ਜਾਣੇ। ਕਿਉਂਕਿ ਜੋ ਆਪਾਂ ਨੇ ਕਰ ਦਿੱਤਾ ਉਹ ਕਰ ਦਿੱਤਾ, ਜੋ ਚੱਲ ਗਏ ਤੀਰ ਉਹ ਚੱਲ ਗਏ। ਉਹ ਨਹੀਂ ਆਪਾਂ ਜਿਹੜੇ ਹੈਗੇ ਵਾਪਸ ਕਰ ਸਕਦੇ ਜੋ ਆਪਾਂ ਨੇ ਜਿਹੜੇ ਹੈਗੇ ਪਾਪ ਕੀਤੇ ਆ। ਹਾਂ ਇਹ ਹੈਗਾ ਆਪਾਂ ਲੀਹਾਂ ਛੱਡ ਸਕਦੇ ਹਾਂ, ਪੱਧਰਾ ਕਰ ਸਕਦੇ ਹਾਂ, ਆਪਣੀ ਅਗਾਹਾਂ ਦੀ ਯਾਤਰਾ ਸੁਧਾਰ ਸਕਦੇ ਹਾਂ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮ ਹੈ ਕੈ ਰੰਗ। ਕਹਿੰਦੇ ਉਹ ਨਾਮ ਦੇ ਰੰਗ ਦੇ ਨਾਲ ਧੋਤੀ ਜਾਣੀ ਆ ਭਾਈ, ਹੋਰ ਕੋਈ ਤਰੀਕਾ ਨਹੀਂ ਹੈਗਾ। ਪੁੰਨੀ ਪਾਪੀ ਆਖਣ ਨਾ ਹੈ। ਕਹਿੰਦੇ ਗੱਲਾਂ ਬਾਤਾਂ ਦੇ ਨਾਲ ਵੀ ਆ ਖਾਲੀ ਆ ਪੁੰਨ ਹੈ ਜੀ, ਆ ਪਾਪ ਹੈਗਾ ਜੀ, ਇਹਨਾਂ ਦੇ ਨਾਲ ਤਾਂ ਗੱਲ ਬਣਨੀ ਨਹੀਂ ਹੈ ਪਿਆਰਿਆ। ਇਹਨਾਂ ਦੇ ਨਾਲ ਤਾਂ ਖਾਲੀ ਜਿਹੜੇ ਹੈਗੇ ਜੇ ਪਾਪ ਜਿਹੜੇ ਹੈਗੇ, ਸੰਸਕਾਰ ਜਿਹੜੇ ਹੈਗੇ, ਇਹ ਤੇਰੇ ਜਿਹੜੇ ਹੈਗੇ ਮਿਟਣੇ ਤਾਂ ਹੈ ਨਹੀਂ ਗੇ, ਖਾਲੀ ਗੱਲਾਂ ਦੇ ਨਾਲ ਤਾਂ ਨਹੀਂ ਮਿਟਣੇ।
पुन्नी पापी आखण नाहे, कर कर करना लिख ले जाहो। कहते भाई जो कुछ भी हैगा आपां करनी हैगी आ, जो कुछ एक्शन कर रहे हैं, जो कुछ कर रहे हैं तू, ਉਹੀ तेरी लिखत बन रही है, ਉਹੀ तू लैके जाएगा। पुन्नी पापी पुन्ना पापां दे नाल, बोलण दे नाल, आखण दे नाल, ज्ञान दे नाल कुछ भी नहीं होना। जद तक ज्ञान नू कमाएगा नहीं, जद तक एक्शन नहीं लएगा, जद तक जिहड़ा हैगा नाम दा साबण नहीं लगाएगा। पर ये मत पापां के संग वो तो पै नाम है का रंग। जब तक ध्यान सिमरन नहीं करेगा, कर कर करना लिख ले जाओ, आपे बीज आपे ही खाओ। कहते देख ला प्यारिया, जो कर नहीं कर रहे हैं वही तेरे नाल जाना है, वही तेरी जिहड़ी हैगी पैदावार हैगी आ। खेत शरीर जो बीजी है सो अंत खलोया आए। कर कर करना लिख ले जाओ। देख लो इत्थे कित्थे हैगे जिहड़े हैगे आपां कह रहे हैं भी मालक परमात्मा जिहड़ा हैगा ओदी मेहर चाहिदी है जी, ओदी किरपा चाहिदी है। ਉਹਨੇ ਤਾਂ ਮਨੁੱਖ ਜੂਨ ਦੇ ਦਿੱਤੀ ਆਪਾਂ ਨੇ, ਉਹਨੇ ਤਾਂ ਆਪਣੀ ਕਿਰਪਾ ਕਰ ਦਿੱਤੀ ਆਪਾਂ ਨੂੰ। ਨਹੀਂ ਤਾਂ ਜੇ ਨਹੀਂ ਉਹਨੇ ਕਿਰਪਾ ਨਹੀਂ ਚਾਹੁੰਦਾ ਵੀ ਨਾਮ ਨਾ ਜਪੇ ਇਹ ਬੰਦਾ, ਫਿਰ ਇਹਨੂੰ ਕਾਹਦੇ ਵਾਸਤੇ ਮਨੁੱਖ ਜੂਨ ਦੇਣੀ ਸੀ ਉਹਨੇ? ਉਹ ਤਾਂ ਹੋਰ ਕਿਸੇ ਜੂਨ 'ਚ ਭਟਕਾ ਦਿੰਦਾ ਆਪਾਂ ਨੂੰ। ਕਿਰਪਾ ਤਾਂ ਉਹਦੀ ਹੋ ਗਈ ਮਾਲਕ ਪਰਮਾਤਮਾ ਦੀ, ਉਹਦਾ ਤਾਂ ਹੁਕਮ ਆ ਗਿਆ। ਆਪਾਂ ਜਿਹੜੇ ਹੈਗੇ ਹੁਣ ਆਪਣੇ ਉੱਤੇ ਡਿਪੈਂਡ ਕਰਦਾ ਹੈ ਕਿ ਆਪਾਂ ਉਸ ਪਾਸੇ ਲੱਗੀਏ ਕਿ ਨਾ ਲੱਗੀਏ। पुन्नी पापी आखण नाही, कर कर करना लिख ले जाओ। ਜਿਹੜੀ ਆਪਾਂ ਵਿਚਾਰ ਕਰ ਰਹੇ ਸੀ ਉਹਦਾ ਸੋਲੂਸ਼ਨ ਆ ਰਿਹਾ ਹੈ ਤੇ ਉਹਦਾ ਜਵਾਬ ਆ ਰਿਹਾ ਹੈ ਪਹਿਲੀ ਪਾਤਸ਼ਾਹੀ ਵੱਲੋਂ। पुन्नी पापी आखण नाहे, कर कर करना लिख ले जाओ, आपे बीज आपे ही खाओ, नानक हुक्मी आओ जाओ। मालक ਦਾ ਹੁਕਮ ਹੈਗਾ, ਮਾਲਕ ਨੇ ਨਿਯਮ ਬਣਾਇਆ, ਸ੍ਰਿਸ਼ਟੀ ਬਣਾਤੀ, ਜੂਨਾ ਬਣਾਤੀਆਂ, ਸਲਾਟ ਬਣਾ ਦਿੱਤੇ। ਬਸ ਕਹਿੰਦੇ ਤੂੰ ਆਪ ਬੀਜ ਰਿਹਾ ਆ, ਉਹਦਾ ਹੁਕਮ ਹੈਗਾ। ਜਿਸ ਤਰ੍ਹਾਂ ਦਾ ਬੀਜ ਪਾ ਰਿਹਾ ਆ ਉਹੀ ਜੀ ਤੈਨੂੰ ਜਿਹੜੀ ਹੈਗੀ ਉਹਦਾ ਤੇਰੇ ਕੋਲ ਜਿਹੜਾ ਹੈਗਾ ਉਹੀ ਜੀ ਤੇਰੀ ਪੈਦਾਵਾਰ ਆ, ਉਹੀ ਜੀ ਤੈਨੂੰ ਪ੍ਰਾਲਬਧ ਹੈਗੀ, ਉਹੀ ਤੈਨੂੰ ਸਾਹਮਣੇ ਤੇਰੀ ਪਲੇਟ ਦੇ ਵਿੱਚ ਉਹੀ ਕੁਛ ਆ ਜਾਣਾ ਹੈ ਜੋ ਤੂੰ ਜਿਹੜਾ ਬੀਜਿਆ ਸੀਗਾ। ਹਾਂਜੀ ਵੀਰ। ਹਾਂਜੀ ਸਾਧ ਸੰਗਤ ਜੀ, ਛੋਟੀ ਜੀ ਮੈਂ ਗੱਲ ਸਮਝਾਉਣਾ। ਜਿੱਦਾਂ ਬਾਣੀ ਤੇ ਆਪਾਂ ਨੂੰ ਸਮਝਾ ਰਹੀ ਹੈ ਕਿ ਜਿਸ ਤਰ੍ਹਾਂ ਦਾ ਆਪਾਂ ਕੋਈ ਕਰਮ ਕਰਦੇ ਹਾਂ ਉਸੇ ਹੀ ਕਿਸਮ ਦਾ ਜਿਹੜਾ ਉਹ ਜੀਵਨ ਸਾਨੂੰ ਮਿਲਦਾ ਹੈ। ਹੁਣ ਦੇਖੋ ਆਮ ਤੌਰ ਤੇ ਜਦੋਂ ਬੱਚੇ ਸਿਲੈਕਟ ਕਰਦੇ ਆਰਮੀ ਦੇ ਵਿੱਚ, ਉਹਨਾਂ ਨੂੰ ਕਹਿੰਦੇ ਆ ਕਿ ਟ੍ਰੇਨਿੰਗ ਕਰੋ। ਉਹਨਾਂ ਦਾ ਮਤਲਬ ਇਹੋ ਹੀ ਆ ਕਿ ਉਹ ਛੱਡਣਾ ਚਾਹੁੰਦੇ ਕਿ ਬੱਚੇ ਦੀ ਕਪੈਸਿਟੀ ਕਿੰਨੀ ਹੈ। ਜੇ ਕੋਈ ਬੱਚਾ ਉਹ ਟ੍ਰੇਨਿੰਗ ਪਾਸ ਕਰ ਦਿੰਦਾ, ਉਹ ਬੱਚਾ ਅਫਸਰ ਬਣ ਜਾਂਦਾ। ਠੀਕ ਹੈ ਨਾ ਜਲ ਸਾਹਿਬ? ਬਿਲਕੁਲ। ਔਰ ਉਸੇ ਹੀ ਤਰ੍ਹਾਂ ਜਿਹੜਾ ਸਾਡਾ ਜੀਵਨ ਆ, ਇਹ ਤੋਂ ਸਾਰੇ ਨਹੀਂ ਪਾਸ ਹੁੰਦੇ, ਕੁਛ ਹੀ ਪਾਸ ਹੋਣ ਜਿਹੜੇ ਟ੍ਰੇਨਿੰਗ ਪੂਰੀ ਕਰ ਦੇਣਗੇ। ਜਦ ਤੱਕ ਤੁਸੀਂ ਸਹਿਤ ਸਮਾਜ ਤੱਕ ਪਹੁੰਚ ਨਹੀਂ ਜਾਂਦੇ ਤਦ ਤੱਕ ਦੀ ਟ੍ਰੇਨਿੰਗ ਖਤਮ ਨਹੀਂ ਹੁੰਦੀ। ਇਹ ਉਹਨੂੰ ਬਾਣੀ ਆਪ ਨੂੰ ਸਮਝਾ ਰਹੀ ਹੈ ਕਿ ਉਹ ਆਪਣੇ ਅੰਦਰ ਜੋ ਆਪ ਨੂੰ ਟਾਸਕ ਮਿਲਿਆ ਹੈ, ਇੱਕ ਸੱਚਾ ਜੀਵਨ ਜਿਹਦੇ ਵਿੱਚ ਜਿੱਦਾਂ ਸਾਨੂੰ ਚੀਜ਼ਾਂ ਪ੍ਰਾਪਤ ਕਰਨੀਆਂ ਨੇ। ਔਰ ਉਹਨਾਂ ਦੇ ਵਿੱਚ ਹੁਣ ਇੱਕ ਗਿਆਨ ਆ। ਦੇਖੋ ਗਿਆਨ ਜਿਹੜਾ ਹੁੰਦਾ ਹੈ ਨਾ, ਇੱਕ ਤੇ ਗਿਆਨ ਹੁੰਦਾ ਖੁਦ ਦਾ ਅਨੁਭਵ ਆਪਣੇ ਦੁਆਰਾ ਪ੍ਰਾਪਤ ਕੀਤਾ ਗਿਆ। ਇੱਕ ਗਿਆਨ ਹੁੰਦਾ ਵਾ ਕਿਸੇ ਗ੍ਰੰਥਾਂ ਚੋਂ ਪੜ੍ਹ ਲਿਆ, ਇੱਕ ਗਿਆਨ ਉਹ ਹੁੰਦਾ ਵਾ ਕਿਸੇ ਨੇ ਕਹਿਤਾ ਤੇ ਆਪਾਂ ਉਹ ਸੁਣ ਲਿਆ ਤੇ ਉਹਨੂੰ ਮੰਨ ਲਿਆ। ਅਸਲ ਦੇ ਵਿੱਚ ਜਿਹੜਾ ਅਸਲੀ ਗਿਆਨ ਹੁੰਦਾ ਉਹ ਹੁੰਦਾ ਖੁਦ ਦਾ ਅਨੁਭਵ। ਇਸ ਕਰਕੇ ਬਾਣੀ ਦੇ ਵਿੱਚ ਵਾਰ-ਵਾਰ ਜਿਹੜਾ ਹੈ ਨਾ ਬਾਹਰੀ ਨੈਟ ਵੀ ਸਹੀ ਨਹੀਂ ਹੈਗਾ ਗੁਰੂ ਸਾਹਿਬ ਦਾ। ਆਵਾਜ਼ ਤਾਂ ਬੰਦ ਹੋ ਗਈ ਗੁਰੂ ਸਾਹਿਬ ਤੁਹਾਡੀ। नेट बंद। इंटरनेट इज वेरी बैड। हाँ कोई गल नहीं जी, कोई गल नहीं। आ गई आवाज। वेरी बैड। आ गई आवाज। हाँ आ गई आवाज। हाँ ठीक है।
ਅੱਜ ਉਹ ਮੇਰੀ ਗਿਆਨ ਵਾਲੀਆਂ ਗੱਲਾਂ ਸੁਣੀਆਂ, ਗਿਆਨ ਜਿਹੜਾ ਹੁੰਦਾ ਵਾ ਨਹੀਂ ਸੁਣੀਆਂ ਜੀ ਬਿਲਕੁਲ। ਇੱਕ ਗਿਆਨ ਵੀ ਆਪਣਾ ਚਾਹੀਦਾ ਇੱਕ ਉਹ ਤਾਂ ਹਾਂਜੀ ਹੁਣ ਦੁਬਾਰਾ ਬੋਲ ਦਿਓ ਥੋੜਾ ਜਿਹਾ। ਹਾਂ ਹਾਂ, ਗਿਆਨ ਨਾ ਤਿੰਨ ਕਿਸਮ ਦੇ ਗਿਆਨ ਹੁੰਦੇ ਆ। ਇੱਕ ਗਿਆਨ ਹੁੰਦਾ ਖੁਦ ਦਾ ਆਪਣਾ, ਇੱਕ ਗਿਆਨ ਹੁੰਦਾ ਗ੍ਰੰਥਾਂ ਚੋਂ ਪੜ੍ਹਿਆ, ਇੱਕ ਗਿਆਨ ਹੁੰਦਾ ਕਿਸੇ ਤੋਂ ਸੁਣ ਲਿਆ। ਜਿੰਨਾ ਚਿਰ ਤੱਕ ਸਾਨੂੰ ਆਪਣਾ ਗਿਆਨ ਪ੍ਰਾਪਤ ਨਹੀਂ ਹੁੰਦਾ, ਖੁਦ ਦਾ ਗਿਆਨ ਨਹੀਂ ਪ੍ਰਾਪਤ ਹੁੰਦਾ, ਤਦ ਤੱਕ ਪ੍ਰਮਾਤਮਾ ਸੰਤੁਸ਼ਟ ਨਹੀਂ ਹੋਣਾ। ਤੇ ਨਾ ਹੀ ਕਿਸੇ ਨੇ ਇਸ ਸੰਸਾਰ ਤੋਂ ਪਾਸ ਹੋ ਕੇ ਜਾਣਾ ਹੈ, ਔਰ ਨਾ ਹੀ ਜੀਵ ਬੰਦੇ ਨੂੰ ਪਰਮਾਨੰਦ ਤੇ ਸ਼ਾਂਤੀ ਦੀ ਪ੍ਰਾਪਤੀ ਹੋਣੀ ਹੈ। ਜਿੱਦਾਂ ਆਰਮੀ ਦੇ ਵਿੱਚ ਤੇ ਜਾਂ ਇੱਕ ਸੰਸਾਰਿਕ ਪੇਪਰ ਹੁੰਦਾ ਹੈ ਨਾ, ਉਹਦੇ 'ਚ ਆਪਾਂ ਚੀਟਿੰਗ ਵੀ ਕਰ ਸਕਦੇ ਹਾਂ, ਪਰ ਆਹ ਜਿਹੜਾ ਇਮਤਿਹਾਨ ਹੈ ਇੱਥੇ ਚੀਟਿੰਗ ਨਹੀਂ। ਇੱਥੇ ਚੀਟਿੰਗ ਨਹੀਂ ਹੋ ਸਕਦੀ ਭਾਈ। ਹਾਂ, ਇਹਦੇ ਵਿੱਚ ਇਹ ਹੈ ਕਿ ਆਪਾਂ ਚੀਟਿੰਗ ਨਹੀਂ ਕਰ ਸਕਦੇ, ਕਿਉਂਕਿ ਇਹਦੇ ਵਿੱਚ ਸਾਨੂੰ ਜਿਹੜਾ ਵਾ ਸਾਨੂੰ ਉਹ ਥੋੜਾ ਪੇਪਰ ਹੈ ਨਾ, ਦੇਖੋ ਖੁਦ ਹੀ ਪੇਪਰ ਦੇਣਾ ਹੈ ਔਰ ਖੁਦ ਹੀ ਅਸੀਂ ਆਪਣਾ ਹਿਸਾਬ ਲਿਖਣਾ ਹੈ। ਬਾਣੀ ਦੇ ਵਿੱਚ ਲਿਖਿਆ ਹੈ ਨਾ ਕਿ ਤੂੰ ਸਵਾਦ ਹੀ ਪੰਡ ਨਾਲ ਲੈ ਕੇ ਜਾਏਗਾ। ਇਹ ਮਤਲਬ ਲੇਖਾ ਜਿਹੜਾ ਹੁੰਦਾ ਵਾ ਅਸੀਂ ਖੁਦ ਕਰਨਾ ਹੁੰਦਾ ਵਾ ਆਪਣਾ ਹਿਸਾਬ। ਜਦੋਂ ਅਸੀਂ ਔਰ ਜਦੋਂ ਆਪਾਂ ਇਸ ਸੰਸਾਰ ਤੋਂ ਜਾਵਾਂਗੇ, ਅਸੀਂ ਉਹ ਲੇਖਾ ਆਪਣੇ ਨਾਲ ਲੈ ਕੇ ਜਾਂਦੇ ਹਾਂ ਔਰ ਅਸੀਂ ਖੁਦ ਲਿਖਦੇ ਹਾਂ। ਔਰ ਅੱਜ ਲਿਖੇ ਜੇ ਸਾਹਿਬ ਹਾਂਜੀ ਹਾਂਜੀ, ਔਰ ਲੇਖੇ ਦੇ ਹਿਸਾਬ ਦੇ ਨਾਲ ਹੀ ਆਪਾਂ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਹਾਂ। ਸੌਰੀ, ਹਾਂਜੀ ਹਾਂ ਸੌਰੀ ਸੰਗਤ ਜੀ, ਏਦਾਂ ਹੀ ਹੁਣ ਕੀ ਕਰ ਸਕਦੇ, ਜੋ ਹੁਕਮ ਹੈ ਪ੍ਰਮਾਤਮਾ ਦਾ ਉਹਦੇ ਵਿੱਚ ਹੁਣ ਕੁਝ ਨਹੀਂ। ਹਾਂਜੀ ਠੀਕ ਹੈ ਜੀ ਸਾਹਿਬ, ਬੋਲੋ ਜੀ। ਹਾਂਜੀ ਮੈਂ ਕਿਹਾ ਲੇਖੇ ਦੇ ਹਿਸਾਬ ਦੇ ਨਾਲ ਹੀ ਆਪਾਂ ਜਿਹੜੇ ਆਉਂਦੇ ਜਾਂਦੇ ਆ, ਫਿਰ ਜੂਨਾਂ ਦੇ ਵਿੱਚ ਜਿਹੜਾ ਹੈਗਾ ਆਪੇ ਬੀਜ ਆਪੇ ਹੀ ਖਾਓ, ਬੀਜ ਕੇ ਆਪਾਂ ਨੂੰ ਹੀ ਖਾਣਾ ਹੈ ਭਾਈ। ਹਾਂਜੀ ਹਾਂਜੀ ਵੀਰ ਜੀ। ਹਾਂਜੀ, ਅਸੀਂ ਜੋ ਵੀ ਸੰਸਾਰ ਦੇ ਵਿੱਚ ਕਰਦੇ ਆ ਨਾ ਸਾਧ ਸੰਗਤ ਜੀ, ਉਹੀ ਲੇਖਾ ਜਿਹੜਾ ਸਾਡੇ ਨਾਲ ਚੱਲਦਾ। ਔਰ ਇਹ ਲੇਖਾ ਜਿਹੜਾ ਹੈ ਨਾ, ਚਿੱਤਾਂ ਦਾ, ਦੇਖੋ ਆਪਾਂ ਚਿੱਤ ਦਾ ਨਿਰਮਾਣ ਕਰਦੇ ਨਾ, ਉਸੇ ਹੀ ਕਿਸਮ ਦੀ ਪਾਤਰਤਾ ਸਾਡੀ ਬਣ ਜਾਂਦੀ ਹੈ। ਜੇ ਅਸੀਂ ਬੇਈਮਾਨੀ ਕੀਤੀ ਜੀਵਨ ਚ, ਉਹ ਬੇਈਮਾਨ ਚਿੱਤ ਬਣ ਜਾਣਾ, ਤੇ ਜੇ ਅਸੀਂ ਸਤੋਗੁਣੀ ਕੰਮ ਕੀਤੇ ਤੇ ਸਤੋਗੁਣੀ ਚਿੱਤ ਬਣ ਜਾਣਾ। ਔਰ ਜੇ ਅਸੀਂ ਭਗਤੀ ਕੀਤੀ ਤੇ ਸਾਨੂੰ ਚਿੱਤ ਤੋਂ ਮੁਕਤੀ ਮਿਲ ਜਾਣੀ ਹੈ। ਔਰ ਜਿੰਨਾ ਚਿਰ ਤੱਕ ਚਿੱਤ ਹੈਗਾ, ਉਹਨਾਂ ਚਿਰ ਤੱਕ ਜਨਮ ਜ਼ਰੂਰ ਹੈਗਾ। ਠੀਕ ਹੈ ਜੀ ਸਾਹਿਬ? ਹਾਂਜੀ ਅਗਲੀ ਤੁਕ ਬੋਲੋ। ਹਾਂਜੀ ਹੋ ਗਿਆ ਜੀ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਓ ਜਾਓ। ਬਸ ਅੱਜ ਇੱਥੇ ਤੱਕ ਹੀ ਲੈਣਾ ਸੀ। ਠੀਕ ਹੈ ਜੀ, ਠੀਕ ਹੈ ਜੀ। ਸਾਧ ਸੰਗਤ ਜੀ, ਜਿਹੜਾ ਜੀਵਨ ਹੈ ਨਾ, ਦੇਖੋ 1 ਮਿੰਟ ਮੈਂ ਲਾਉਂਦਾ ਨਿਜਰ ਸਾਹਿਬ। ਜਿਹੜਾ ਜੀਵਨ ਹੈ ਨਾ, ਸਾਡਾ ਜੀਵਨ, ਦੇਖੋ ਜੀਵਨ ਦੇ ਵਿੱਚ ਜਿਹੜਾ ਮਸ਼ਹੂਰ ਹੈਗੀ ਹੈ ਚੀਜ਼, ਉਹ ਹੈ ਗਿਆਨ। ਪਰ ਗਿਆਨ ਜਿਹੜਾ ਹੈ ਆਪਣਾ ਚਾਹੀਦਾ। ਇਹ ਤੇ ਜੇਕਰ ਤੇ ਅਸੀਂ ਚਾਹੁੰਦੇ ਹਾਂ ਨਾ ਕਿ ਉਸ ਇਗਜ਼ਾਮ ਤੋਂ ਪਾਸ ਹੋਈਏ ਜਿਹੜਾ ਪ੍ਰਮਾਤਮਾ ਨੇ ਸਾਨੂੰ ਪਾਇਆ, ਤੇ ਉਹਦੇ ਲਈ ਸਾਨੂੰ ਜਿਹੜਾ ਗਿਆਨ ਆਪਣਾ ਚਾਹੀਦਾ ਹੈ ਔਰ ਆਪ ਖੁਦ ਪ੍ਰਾਪਤ ਕਰਨਾ ਪਊਗਾ। ਉਹਦੇ ਵਿੱਚ ਸਾਡੀ ਕੇਵਲ ਡਾਇਰੈਕਸ਼ਨ ਹੀ ਚੱਲ ਸਕਦੀ ਹੈ ਸੰਗਤ ਕੀ ਹੋਵੇ, ਸੱਜੇ ਚੱਲ ਜਾ ਖੱਬੇ ਚੱਲ ਜਾ, ਪਰ ਲਗਾਤਾਰ ਬੰਦੇ ਨੂੰ ਖੁਦ ਗਤੀ ਕਰਨੀ ਪੈਣੀ ਹੈ। ਔਰ ਇਹ ਜਿਹੜੀ ਮੰਜ਼ਿਲ ਹੈ ਨਾ, ਇਹ ਮੰਜ਼ਿਲ ਬਾਹਰ ਨਹੀਂ ਹੈਗੀ, ਸਾਡੇ ਅੰਦਰ ਹੈ। ਔਰ ਅਸੀਂ ਇੱਕ ਦਿਨ ਉੱਥੇ ਪਹੁੰਚ ਜਾਂਦੇ ਹਾਂ ਜਦੋਂ ਸੁਰਤੀ ਸਾਡੀ ਆਤਮਾ ਦੇ ਵਿੱਚ ਲੀਨ ਹੋ ਜਾਂਦੀ। ਤੇ ਇਹਦੇ ਲਈ ਸਿਮਰਨ ਇਹ ਸਾਨੂੰ ਕਰਨਾ ਪਊਗਾ। ਔਰ ਇੱਕ ਸਮਾਂ ਆਊਗਾ, ਹੌਲੀ ਹੌਲੀ ਕਰਕੇ ਜਿਹੜੀ ਸਾਡੀ ਸੁਰਤੀ ਹੈ ਨਾ, ਉਹ ਆਤਮਾ ਤੱਤ ਦੇ ਲਾਗੇ ਆਉਂਦੀ ਜਾਣੀ ਹੈ। ਤੁਸੀਂ ਦੇਖੋਗੇ ਨਾ, ਤੁਹਾਨੂੰ 2-4 ਮਿੰਟ 5 ਮਿੰਟ ਦੀ ਨਿਰਵਿਚਾਰ ਸਮਾਧੀ ਮਿਲ ਰਹੀ ਹੈ। ਜਿਵੇਂ ਜਿਵੇਂ ਤੁਹਾਡੀ ਸੁਰਤੀ ਆਤਮਾ ਤੱਤ 'ਚ ਜਾਊਗੀ ਨਾ, ਔਗਣ ਤੁਹਾਡੇ ਜੀਵਨ ਆਪਣੇ ਆਪ ਹੀ ਖਤਮ ਹੋ ਜਾਣੇ। ਕੁਛ ਕਰਨ ਦੀ ਲੋੜ ਨਹੀਂ ਪਵੇਗੀ। ਜੋ ਵੀ ਹੋਣਾ ਹੈ ਨਾ, ਇਹ 5 ਪ੍ਰੋਡਕਟ ਹੈ। ਨਾਮ ਇੱਕ ਸ਼ਕਤੀ ਹੈ। ਔਰ ਜਦੋਂ ਵੀ ਅਸੀਂ ਉਸ ਦਾ ਬਾਰ-ਬਾਰ ਆਪਣੇ ਰਸਨਾ ਦੇ ਰਾਹੀਂ ਉਚਾਰਨ ਕਰਦੇ ਹਾਂ ਜਾਂ ਆਪਣੀ ਸੁਰਤੀ ਨੂੰ ਆਪਣੇ ਅੰਦਰ ਲੈ ਕੇ ਜਾਂਦੇ ਹਾਂ, ਪਹਿਲਾਂ ਮੂੰਹ ਦੇ ਨਾਲ ਬੋਲਣਾ ਪੈਂਦਾ ਹੈ। ਔਰ ਫਿਰ ਇੱਕ ਸਮਾਂ ਹੁੰਦਾ ਹੈ ਮੂੰਹ ਦੇ ਨਾਲ ਬੋਲਣ ਦੀ ਲੋੜ ਨਹੀਂ ਪੈਂਦੀ, ਤੇ ਫਿਰ ਉਹਦੀ ਸੁਰਤੀ ਲੀਨ ਹੋ ਜਾਂਦੀ ਐਨੀ ਟਾਈਮ। Moses, we need to pick up 100 meters. We need to short this anchor. He is over to.
ठीक है निजर साहब, आज की विचार इत्थे ही समाप्त करते हैं। ठीक है जी, बहुत बढ़िया जी। हाँ जी साध संगत जी, ओके। एक ओंकार सतनाम करता पुरख निरभउ निर्वैर काल मूर्त जुनित भंग प्रसाद। निजर साहब आज की साधना तुसी करा दो, तुसी करा दो निजर साहब। कोई गल नहीं जी, हाँ जी। वाहिगुरू जीओ, आप जी ने अपार बख्शिश की थी, संगती रूप दे विच जिहड़ा हैगा अपना ज्ञान दिता। महाराज जी मेहर करो, से संजोग करो मेरे प्यारे, जित रसना हर नाम उचारे। वो संजोग भी बनाओ और जिहड़ा सानू जिहड़ा हैगा इस कारज जिहड़ा हैगा जिहदे बगैर साडी गति नहीं है, ये कारज करवाओ। उत्साह बख्शो मालका, भुलां चुकां दी खिमा सारियां नूं जिहड़ा हैगा, सारियां दी जिहड़ी हैगी आ नाम वाली जिहड़ी हैगी, सारियां नूं नाम दे रस्ते दे उत्ते सारियां नूं तरक्की दिओ महाराज जी। जो आप जी दी शरण आउंदा है राजी जांदा है, किरपा करो सारे जिहड़े हैगे असीं अपनी कौमे छड्ड के और जिहड़ा हैगा ये निमरता दे नाल गरीबी दे नाल ये ध्यान सिमरन जिहड़ा हैगा ये कार जिहड़ी हैगी आ, जो तुद भावै साई भरी कार, तू सदा सलामत निरंकार उकार कर सकीए। यही जिहड़ी है बेनती हैगी जी। वाहिगुरू जी का खालसा, वाहिगुरू जी की फतेह।